This program is brought you by Hicksville Pharmacy. अस्सलाम वालेकुम। आज का ये प्रोग्राम होस्ट किया है प्रीतपाल कौर प्रीत, फाउंडर ऑफ प्रीतनामा इंटरनेशनल मीडिया ऑफ न्यूयॉर्क ने। और आज के प्रोग्राम में जो शामिल हैं उनके नाम है सैयद अलमदार शाह, जो फाउंडर हैं साडा सांझा पंजाब और चेज न्यूज़ ग्रुप के सीईओ भी हैं, और सलमान जफर, सीईओ पाक यूएस मीडिया, जसमिंदर सिंह ढिल्लों, पोइट एंड राइटर ऑफ न्यूयॉर्क, हिना रहमान, founder of Walden Foundation of New York, Kulbhushan Sharma, singer from Long Island, New York. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਸਾਰਿਆਂ ਦਾ ਪ੍ਰੀਤਨਾਮਾ ਦੇ ਮੰਚ ਦੇ ਉੱਪਰ। ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ। ਅੱਜ ਕੁਝ ਸੈਲੀਬ੍ਰੇਸ਼ਨ ਲੈ ਕੇ। ਸੈਲੀਬ੍ਰੇਸ਼ਨ ਹੈ ਸਾਡੀ ਈਦ ਦੀ। ਜਿਵੇਂ ਕਿ ਸਾਰੇ ਜਾਣਦੇ ਨੇ ਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਤੇ ਈਦ ਨੈਕਸਟ ਵੀਕ ਹੈ, ਪਰ ਸਾਡਾ ਪ੍ਰੋਗਰਾਮ ਵੀਕਲੀ ਫਰਾਈਡੇ ਨੂੰ ਹੀ ਹੁੰਦਾ ਹੈ। ਸੋ ਅਸੀਂ ਅੱਜ ਹੀ ਆਪਣੀ ਈਦ ਸੈਲੀਬ੍ਰੇਸ਼ਨ ਕਰ ਰਹੇ ਹਾਂ ਤੇ ਆਪਣੇ ਪੂਰੇ ਭਾਈਚਾਰੇ ਨੂੰ ਈਦ ਮੁਬਾਰਕ ਕਹਿਣਾ ਚਾਹੁੰਦੇ ਹਾਂ। ਸੋ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, एक नूर ते सब जग उपजया, को भले कौन बंदे। सो परमात्मा दे हुक्म दे अनुसार सारा जगत उस मालक दी रची हुई सृष्टि है, जिन्हों आके इंसाना ने वर्गां दे विच वंड दिता है, धर्मां दे विच वंड दिता है। ते पर मालक एक ही है ऊपर वाला, जिन्हों अल्लाह कह लो, खुदा कह लो, रब कह लो, वाहिगुरू कह लो, भगवान कह लो। सो उस मालक नूं ਇੱਕ ਕਹਿੰਦੇ ਕਿ ਆਪਾਂ ਯਾਦ ਕਰਨ ਦੇ, ਸਿਮਰਨ ਦੇ ਜਾਂ ਸੈਲੀਬ੍ਰੇਸ਼ਨ ਆਪਾਂ ਗੁਰਪੁਰਬ ਦੇ ਰੂਪ ਵਿੱਚ ਕਹਿ ਲੋ, ਈਦ ਦੇ ਰੂਪ ਵਿੱਚ ਕਹਿ ਲੋ, ਵਿਸਾਖੀ ਦੇ ਰੂਪ ਵਿੱਚ ਕਹਿ ਲੋ, ਕਿਸੇ ਵੀ ਧਾਰਮਿਕ ਭਾਵਨਾ ਵਾਲੇ ਤੌਰ ਨਾਲ ਕਹਿ ਲੋ, ਮਕਸਦ ਇੱਕ ਹੀ ਹੁੰਦਾ ਹੈ, ਉਸ ਮਾਲਕ ਨੂੰ ਯਾਦ ਕਰਨਾ, ਉਹਦੀ ਇਬਾਦਤ ਕਰਨਾ ਤੇ ਉਸ ਦੇ ਸੰਦੇਸ਼ ਨੂੰ ਜਗਤ ਦੇ ਵਿੱਚ ਪਹੁੰਚਾਉਣਾ। ਅੱਜ ਇਸੇ ਵਿਸ਼ੇ ਤੇ ਕਮਿਊਨਿਟੀ ਨੂੰ, ਸਾਡੀ ਪੰਜਾਬੀ ਕਮਿਊਨਿਟੀ, ਪਾਕਿਸਤਾਨੀ, ਇੰਡੀਅਨ, ਬੰਗਲਾਦੇਸ਼, ਸਾਰੀ ਕੰਟਰੀਜ਼ ਐਂਡ ਕਮਿਊਨਿਟੀ ਨੂੰ ਮੁਬਾਰਕਬਾਦ ਦੇਣ ਲਈ ਸਾਡੇ ਕੋਲ ਇੱਥੇ ਇਸ ਵਕਤ ਮੰਚ ਤੇ ਪਹੁੰਚੇ ਨੇ ਐਮੀ ਸ਼ਾਹ ਜੀ, ਫਾਊਂਡਰ ਆਫ ਸਾਡਾ ਸਾਂਝਾ ਪੰਜਾਬ। ਬਹੁਤ ਅੱਛੀ ਸੰਸਥਾ ਜਿਨ੍ਹਾਂ ਦੇ ਪ੍ਰੋਗਰਾਮ ਤੁਸੀਂ ਅੱਗੇ ਵੀ ਵਾਚ ਕੀਤੇ ਨੇ। ਕਿ ਸਾਡਾ ਸਾਂਝਾ ਪੰਜਾਬ ਦਾ ਮਕਸਦ ਲਹਿੰਦਾ ਤੇ ਚੜ੍ਹਦਾ ਦੋਵੇਂ ਪੰਜਾਬ ਜਿਹੜੇ ਨੇ ਇੱਕ ਹੋ ਕੇ ਪਿਆਰ ਦਾ ਸੰਦੇਸ਼ ਦਿੰਦੇ ਨੇ, ਮਾਨਵਤਾ ਦਾ, ਭਾਈਚਾਰੇ ਦਾ ਸੰਦੇਸ਼ ਦਿੰਦੇ ਨੇ। ਨਾਲ ਹੀ ਸਾਡੇ ਨਾਲ ਹਾਜ਼ਰ ਨੇ ਸਲਮਾਨ ਜਫਰ ਜੀ, ਚੇਅਰਮੈਨ ਆਫ ਹਿਊਮਨ ਰਾਈਟ ਵਿੰਗ ਦੇ, ਤੇ ਇਹਨਾਂ ਦਾ ਆਪਣਾ ਚੈਨਲ ਵੀ ਚੱਲਦਾ ਹੈਗਾ ਸਲਮਾਨ ਜੀ ਦਾ। ਨਾਲ ਹੀ ਨਾਲ ਜੱਸੀ ਢਿੱਲੋਂ ਜੀ, ਬਹੁਤ ਅੱਛੇ ਪੋਇਟ, ਰਾਈਟਰ, ਬਹੁਤ ਵਾਰੀ ਤੁਸੀਂ ਇਹਨਾਂ ਨੂੰ ਸੁਣ ਚੁੱਕੇ ਹੋ। ਤੇ ਕੁਲਭੂਸ਼ਣ ਜੀ ਸਾਡੇ ਨਾਲ ਨਜ਼ਰਾਨਾ ਲੈ ਕੇ ਆਏ ਨੇ ਈਦ ਦਾ। ਤੁਹਾਡੀ ਡਿਮਾਂਡ ਦੇ ਉੱਪਰ ਬਾਰ-ਬਾਰ ਜਿਨ੍ਹਾਂ ਦੀ ਡਿਮਾਂਡ ਆਉਂਦੀ ਹੈ ਕਿ ਕੁਲਭੂਸ਼ਣ ਜੀ ਨੂੰ ਦੁਬਾਰਾ ਬੁਲਾਓ, ਸੋ ਈਦ ਦੀ ਮੁਬਾਰਕ ਦੇਣਗੇ ਅੱਜ ਤੇ ਆਪਣਾ ਨਜ਼ਰਾਨਾ ਪੇਸ਼ ਕਰਨਗੇ। ਤੇ ਹਿਨਾ ਰਹਿਮਾਨ ਜੀ ਸਾਡੇ ਨਾਲ ਥੋੜੀ ਦੇਰ ਤੱਕ ਜੁੜ ਜਾਣਗੇ, ਦਨਿਸ਼ ਮਲਿਕ ਜੀ ਵੀ। ਸੋ ਅਸੀਂ ਸ਼ੁਰੂਆਤ ਕਰਦੇ ਹਾਂ ਈਦ ਦਾ ਨਜ਼ਰਾਨੇ ਤੋਂ। ਸੋ ਐਮੀ ਜੀ, ਜਫਰ ਜੀ, ਜੱਸੀ ਜੀ, ਕੁਲਭੂਸ਼ਣ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੁਆਇਨ ਕਰਨ ਲਈ। ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਈਦ ਮੁਬਾਰਕ। ਬਹੁਤ ਮਿਹਰਬਾਨੀ। ਥੈਂਕ ਯੂ। ਉਹ ਮਾਲਿਕ ਉੱਪਰ ਵਾਲਾ ਸਾਰੇ ਜਹਾਨ ਦੇ ਵਿੱਚ ਖੁਸ਼ੀਆਂ ਬਖਸ਼ੇ, ਜੋ ਵੀ ਕਰੋਪੀ ਇਸ ਵਕਤ ਚੱਲ ਰਹੀ ਹੈ ਇਸ ਤੋਂ ਨਿਜਾਤ ਦਿਲਾਏ। ਤੇ ਜਿਸ ਤਰ੍ਹਾਂ ਈਦ ਪਹਿਲਾਂ ਅਸੀਂ ਮੇਲੇ ਲੱਗਦੇ ਸੀ, ਅਗਲੇ ਸਾਲ ਅਸੀਂ ਉਸੇ ਤਰ੍ਹਾਂ ਹੀ ਫਿਰ ਮੇਲੇ ਲਗਾਈਏ ਖੁੱਲ ਕੇ। ਸੋ ਕੁਲਭੂਸ਼ਣ ਜੀ, ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਜ਼ਰਾਨਾ ਪੇਸ਼ ਕਰੋ ईद ਦਾ। हाँ जी, सभी को मेरा बहुत बहुत नमस्कार और अस्सलाम वालेकुम, जो भी लोग हमारे दर्शक देख रहे हैं। और मैं यही बोलूंगा कि ईद पे बस यही दुआ है कि ये जो महामारी चल रही है, बस अल्लाह ऐसा करे कि ये सब हम लोगों को इससे मुक्त कर दे। ठीक है, तो मैं आप लोगों के लिए ईद की शुभकामनाएं लेके आया हूँ। एंड I start my Eid song. मुझे मिल गया बहाना तेरी ईद का, मुझे मिल गया बहाना तेरी ईद का, ऐसे खुशी लेके आया चाँद
ईद का मुझे मिल गया बहाना, तेरी दीद का मुझे मिल गया बहाना, तेरी दीद का। जुल्फ मचल के खुल खुल जाए, ओ जुल्फ मचल के खुल खुल जाए, चाल में मस्ती खुल खुल जाए, खुल खुल जाए। ऐसी खुशी आज मिली, आज मिली ऐसी खुशी, आंखों में नाम नहीं नींद का, मुझे मिल गया बहाना, तेरी दीद का। कैसे खुशी लेके आया चाँद, ईद का मुझे मिल गया बहाना, तेरी दीद का। जागती आंखें बुनती है सपने, तुझको बिठा के पहलू में अपने, पहलू में अपने। दिल की लगी ऐसी बड़ी, ऐसी बड़ी दिल की लगी, आंखों में नाम नहीं नींद का, मुझे मिल गया बहाना, तेरी नींद का। कैसी खुशी लेके आया चाँद, ईद का मुझे मिल गया बहाना, तेरी ईद का। तो यही मेरी रब से दुआ है कि ईद का जो चांद है वो हम लोगों के लिए इतनी खुशियां लेके आए, इतनी बरकत लेके आए। बस आप सभी को ईद मुबारक। Very nice, very nice. Thank you very much. Very Thank you nice. so much ਕੁਲਭੂਸ਼ਣ ਜੀ, ਥੈਂਕ ਯੂ ਸੋ ਮਚ। Beautiful ਬਹੁਤ ਪਿਆਰਾ song. ਨਗਮਾ। ਸੋ ਈਦ ਦੀ ਦੁਬਾਰਾ ਫੇਰ ਤੋਂ ਮੁਬਾਰਕ। ਬਹੁਤ ਅੱਛਾ ਇਹਨਾਂ ਨੇ ਨਜ਼ਰਾਨਾ ਆਪਣਾ ਪੇਸ਼ ਕੀਤਾ। ਸੋ ਜਫਰ ਜੀ ਵੀ ਮੈਂ ਤੁਹਾਨੂੰ ਰਿਕੁਐਸਟ ਕਰਦੇ ਕਿ ਤੁਸੀਂ ਆਪਣਾ ਮੈਸੇਜ ਦਿਓ। ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ। ਤੇ ਈਦ ਦਾ ਤੇ ਤੁਹਾਨੂੰ ਪਤਾ ਹੈ ਤਿਉਹਾਰ ਬੜਾ ਖੁਸ਼ੀ ਦਾ ਦਿਨ ਹੁੰਦਾ ਹੈ। ਤੇ ਰਮਜ਼ਾਨ ਦੇ ਰੋਜ਼ੇ 30 ਰੋਜ਼ਿਆਂ ਤੋਂ ਬਾਅਦ ਜਿਹੜਾ ਫਿਰ ਚੰਦ ਦੇਖੀਦਾ, ਚੰਦ ਦੇਖਣ ਤੋਂ ਬਾਅਦ ਜਿਹੜਾ ਫਿਰ ਉਹ ਪਤਾ ਲੱਗਦਾ ਕਿ ਨੈਕਸਟ ਡੇ ਈਦ ਹੈ। ਤੇ ਈਦ ਤੇ ਫਿਰ ਜਿਹੜਾ ਉਹ ਤੋਹਫੇ ਤਹਾਇਫ, ਪੈਸੇ ਵਗੈਰਾ ਬੱਚਿਆਂ ਨੂੰ ਤੋਹਫੇ ਤਹਾਇਫ ਦੇ ਦੇਣ, ਪੈਸੇ ਦੇ ਦੇਣ। ਤੇ ਇਹ ਈਦ ਜਿਹੜੀ ਹੈ ਈਦ ਉਲ ਫਿਤਰ ਹੈਗੀ ਹੈ, ਛੋਟੀ ਈਦ। ਤੇ ਇਹਦੇ ਵਿੱਚ ਜਿਹੜਾ ਇਹਨੂੰ ਕਹਿੰਦੇ ਨੇ ਸਵੀਟ ਈਦ, ਮਿੱਠੀ ਈਦ, ਜਿਹਦੇ ਵਿੱਚ ਮਿੱਠੀਆਂ ਚੀਜ਼ਾਂ ਖਾਂਦੇ ਨੇ। ਦੂਸਰੀ ਜਿਹੜੀ ਈਦ ਉਲ ਅਜ਼ਹਾ ਹੈਗੀ ਹੈ ਉਹ ਹੈਗੀ ਹੈ ਆਪਣਾ ਮੀਟ ਦੀ। ਤੇ ਇਹ ਈਦ ਜਿਹੜੀ ਖੁਸ਼ੀਆਂ ਦੀ ਹੈਗੀ ਹੈ ਵੀ, ਤੇ ਇਹਨੂੰ ਆਪਣਾ ਸਾਰਾ ਮਿੱਠਾ ਸਵੀਟ ਵਗੈਰਾ ਖਾਂਦੇ ਨੇ ਲੋਕ। ਫਿਰ ਫੈਮਲੀਜ਼ ਦੇ ਨਾਲ ਗੈਟ ਟੂਗੇਦਰ ਹੁੰਦਾ ਹੈ, ਉੱਥੇ ਫਿਰ ਸਾਰੇ ਆਪਣਾ ਗਿਫਟ ਵਗੈਰਾ ਦਿੰਦੇ ਨੇ। ਜਿਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਕ੍ਰਿਸਮਸ ਤੇ ਇਹ ਲੋਕ ਕਰਦੇ ਨੇ, ਉਸੇ ਤਰ੍ਹਾਂ ਹੀ ਅਸੀਂ ਵੀ ਆਪਣਾ ਈਦ ਤੇ ਜਿਹੜਾ ਗਿਫਟ ਵਗੈਰਾ ਦਿੰਦੇ ਹਾਂ। ਮਗਰ ਉਹਦੇ ਚ ਇਹ ਹੈਗਾ ਕਿ ਕੋਈ ਟਰੀ ਵਗੈਰਾ ਨਹੀਂ ਹੁੰਦਾ, ਬਸ ਐਵੇਂ ਕਿ ਗਿਫਟ ਵਗੈਰਾ ਦੇ ਦੇਣ। ਮਗਰ ਐਵੇਂ ਕਿ ਬੜਾ ਬਲੈਸਡ ਡੇ ਹੈਗਾ ਹੁੰਦਾ ਈਦ ਦਾ ਦਿਨ ਜਿਹੜਾ ਵਾ। ਤੇ ਸਭ ਨੂੰ ਮੁਬਾਰਕ ਦਿੰਦੇ ਆ ਈਦ ਦੀ। ਜਿਹੜੇ ਵੀ ਦੇਖਦੇ ਪਏ ਨਾਜ਼ਰੀਨ ਜਿਹੜੇ ਹੈਗੇ ਨੇ ਸਭ ਨੂੰ ਮੁਬਾਰਕ ਦਿੰਦੇ ਆ। ਤੇ ਮਗਰ ਐਵੇਂ ਕਿ ਈਦ ਜਿਹੜੀ ਹੈਗੀ ਹੈ ਨਾ, ਈਦ ਹੁੰਦੀ ਹੈ ਖੁਸ਼ੀਆਂ ਵਾਸਤੇ। ਹੁਣ ਐਤਕੀ ਤੁਸੀਂ ਦੇਖੋ ਨਾ, ਪਿਛਲੇ ਸਾਲ ਤੋਂ ਐਤਕੀ ਇਸ ਸਾਲ ਤੱਕ ਵੀ ਹਲੀ ਤੱਕ ਕੋਵਿਡ ਦਾ ਜਿਹੜਾ ਸਿਲਸਿਲਾ ਚੱਲਦਾ ਪਿਆ ਤੇ ਬਹੁਤ ਡੈਥ ਹੋ ਰਹੀ ਹੈ, ਬਹੁਤ ਕੇਸਿਸ ਹੋ ਰਹੇ ਨੇ। ਤੇ ਉਹਦੇ ਵਿੱਚ ਕੋਈ ਇੰਨੀ ਖੁਸ਼ੀ ਜਿਹੜੀ ਆ ਉਹ ਨਹੀਂ ਮਨਾਈ ਜਾ ਸਕਦੀ। ਹਾਂਜੀ ਬਿਲਕੁਲ। ਹਾਂਜੀ, ਇਸ ਦੇ ਕਿ ਅਗਰ ਮਤਲਬ ਹੈ ਕਿ ਕਿਸੇ ਸਾਡੇ ਨਹੀਂ ਤੇ ਕਿਸੇ ਹੋਰ ਦੇ ਵੀ ਕਿਸੇ ਦੀ ਡੈਥ ਹੁੰਦੀ ਪਈ ਹੈ ਕਿਸੇ ਕੰਟਰੀਜ਼ ਦੇ ਵਿੱਚ, ਜਿਸ ਤਰ੍ਹਾਂ ਪਾਕਿਸਤਾਨ 'ਚ ਵੀ ਹੈ, ਇੰਡੀਆ 'ਚ ਦੇਖੋ ਬਹੁਤ ਬੁਰਾ ਹਾਲ ਹੈ। ਤੇ ਮੈਂ ਤੇ ਆਪਣੇ ਇੰਡੀਅਨ ਫਰੈਂਡਸ ਨੂੰ ਬਾਰ-ਬਾਰ ਜਿਹੜਾ ਫੋਨ ਕਰਕੇ ਜਾਂ ਮੈਸੇਜ ਕਰਕੇ ਪੁੱਛਣਾ ਵਾ ਕਿ ਉਹਨਾਂ ਦੇ ਰਿਸ਼ਤੇਦਾਰ ਜਾਂ ਫਰੈਂਡਸ ਵਗੈਰਾ ਠੀਕ ਹੈਗੇ ਨੇ ਸਭ। ਤੇ ਆਪਣਾ ਮਤਲਬ ਕਿ ਇਨਸਾਨ ਹੈਗੇ ਆ, ਸਭ ਨੂੰ ਆਪਣਾ ਖਿਆਲ ਇੱਕ ਦੂਸਰੇ ਦਾ ਰੱਖਣਾ ਚਾਹੀਦਾ ਵੈ। ਔਰ ਬਲਕਿ ਇੱਕ ਦੂਸਰੇ ਨੂੰ ਕਾਲ ਕਰਕੇ ਪੁੱਛ ਵੀ ਲੈਣਾ ਚਾਹੀਦਾ ਕਿ ਕੋਈ ਹੈਲਪ ਦੀ ਜ਼ਰੂਰਤ ਹੈਗੀ ਹੈ ਤੇ ਦੱਸੋ। ਤੇ ਇਹਦੇ ਵਿੱਚ ਹੈਗਾ ਕਿ ਅਸੀਂ ਉਹਨਾਂ ਸਭ ਦੇ ਨਾਲ ਹੈਗੇ ਆ। ਇੰਡੀਆ ਦੇ ਵਿੱਚ ਜੋ ਕੁਛ ਹੈ ਕੋਵਿਡ ਦਾ ਹੋ ਰਿਹਾ, ਉਹਨਾਂ ਦੇ ਸਭ ਦੇ ਨਾਲ ਅਸੀਂ ਉਹਨਾਂ ਦੇ ਨਾਲ ਹੈਗੇ ਆ। ਕਿਸੇ ਵਕਤ ਕੋਈ ਹੈਲਪ ਦੀ ਜ਼ਰੂਰਤ ਹੋਵੇ ਅਸੀਂ ਹਾਜ਼ਰ ਹਾਂ। ਕੋਈ ਅਸੀਂ ਆਪਣਾ ਭਾਈ ਭੈਣ ਹੈਗੇ ਆ ਸਭ ਅਸੀਂ। ਤੇ ਈਦ ਦਾ ਜਿਹੜਾ ਹੈਗਾ ਈਦ ਇਸ ਵਾਸਤੇ ਈਦ ਜ਼ਰਾ ਥੋੜੀ ਜਿਹੀ ਜਿਹੜਾ ਨਾ ਉਹ ਕਹਿੰਦੇ ਫਿੱਕੀ ਜਿਹੀ ਈਦ, ਤੇ ਉਹਦੇ ਵਿੱਚ ਹੋ ਜਾਂਦਾ ਵੈ। ਮਗਰ ਫਿਰ ਵੀ ਸੈਲੀਬ੍ਰੇਸ਼ਨ ਜ਼ਾਹਿਰ ਹੁੰਦੀ ਹੈ ਈਦ ਦੀ, ਇੱਕ ਆਪਣਾ ਤਿਉਹਾਰ ਹੈਗਾ 30 ਰੋਜ਼ਿਆਂ ਤੋਂ ਬਾਅਦ। ਤੇ ਸਭ ਨੂੰ ਈਦ ਮੁਬਾਰਕ। ਥੈਂਕ ਯੂ ਜੀ।
ਥੈਂਕ ਯੂ ਸਲਮਾਨ ਜੀ, ਥੈਂਕ ਯੂ ਸੋ ਮਚ ਫॉर योर ਵਿਸ਼ਿੰਗ। ਤੇ ਜਿਸ ਤਰ੍ਹਾਂ ਸਲਮਾਨ ਜੀ ਨੇ ਕਿਹਾ ਕਿ ਵਾਕਿਆ ਠੀਕ ਹੈ, ਇਸ ਵਕਤ ਮਾਹੌਲ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਕਿ ਇਹ ਸੈਲੀਬ੍ਰੇਸ਼ਨ ਇੱਕ ਫਿੱਕੀ ਜੀ ਹੈ, ਹਰ ਤਿਉਹਾਰ ਹੀ ਫਿੱਕਾ ਗਿਆ, ਚਾਹੇ ਉਹ ਦੀਵਾਲੀ ਹੈ, ਈਦ ਹੈ, ਵਿਸਾਖੀ ਹੈ, ਹਰ ਤਿਉਹਾਰ ਇੱਕ ਫਿੱਕਾ ਹੀ ਗਿਆ ਤੇ ਮਨ ਦੇ ਵਿੱਚ ਇੱਕ ਮਤਲਬ ਸਹਿਮ ਜਿਹਾ ਸਮਾਇਆ ਹੋਇਆ। ਹਰ ਵਕਤ ਕੇਸ ਜਿਹੜੇ ਨੇ ਕਰੋਨਾ ਦੇ ਵੱਧਦੇ ਹੀ ਜਾ ਰਹੇ ਨੇ, ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਨੇ ਇਸ ਦਾ ਸ਼ਿਕਾਰ ਹੋ ਰਹੇ ਨੇ ਤੇ ਕੋਈ ਵੀ ਕੰਟਰੀ ਜਿਹੜਾ ਹੈਗਾ ਇਸ ਮਤਲਬ ਕਰੋਪੀ ਤੋਂ ਨਹੀਂ ਬਚਿਆ ਹੈਗਾ। ਖਾਸ ਤੌਰ ਤੇ ਇਸ ਵਕਤ ਸਾਡੇ ਇੰਡੀਆ ਦੇ ਵਿੱਚ ਬਹੁਤ ਬੁਰੇ ਹਾਲਾਤ ਚੱਲ ਰਹੇ ਨੇ। ਸੋ ਅਸੀਂ ਇਹਨੂੰ ਅੱਜ ਦੀ ਈਦ ਨੂੰ ਅਸੀਂ ਖੁਸ਼ੀ ਨਹੀਂ, ਅਸੀਂ ਪ੍ਰੇ ਵਾਲੀ ਈਦ ਕਵਾਂਗੇ ਕਿ ਇਹ ਜਿਹੜੀ ਅਸੀਂ ਈਦ ਮਨਾ ਰਹੇ ਹਾਂ, ਅਸੀਂ ਇੱਕ ਪ੍ਰੇ ਕਰ ਰਹੇ ਹਾਂ ਕਿ ਪਰਮਾਤਮਾ ਮਿਹਰ ਕਰੋ, ਮਿਹਰ ਕਰੋ। 2 ਸਾਲ ਹੋ, ਦੂਸਰਾ ਸਾਲ ਲੱਗ ਚੁੱਕਿਆ ਹੈ, ਬਹੁਤ ਜ਼ਿਆਦਾ ਮਤਲਬ ਹੋ ਚੁੱਕਿਆ। ਹੁਣ ਸਾਡੇ ਮੁਲਕਾਂ ਤੇ ਸਾਡੇ ਭੈਣ ਭਰਾਵਾਂ ਦੇ ਉੱਪਰ ਮਿਹਰ ਕਰੋ, ਮਿਹਰ ਭਰਿਆ ਹੱਥ ਰੱਖੋ ਤੇ ਇਸ ਕਰੋਪੀ ਤੋਂ ਸਾਨੂੰ ਨਿਜਾਤ ਦਿਲਾਓ, ਤਾਂ ਜੋ ਅਸੀਂ ਨੈਕਸਟ ਜਿਹੜੀ ਈਦ ਹੈ ਉਵੇਂ ਹੀ ਮਨਾਈਏ ਜਿਵੇਂ ਪਹਿਲੇ ਅਸੀਂ ਮਨਾਉਂਦੇ ਸੀ। ਸੋ ਸ਼ਾਹ ਜੀ, ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਆਪਣੇ ਵਿਚਾਰ, ਆਪਣੀ ਪ੍ਰੇ ਤੇ ਆਪਣੀ ਵਿਸ਼ਿੰਗ ਸਾਂਝੀ ਕਰੋ। ਜੀ ਪ੍ਰਿਤਪਾਲ ਜੀ, ਸਭ ਤੋਂ ਪਹਿਲੇ ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਇੱਕ ਇੰਟਰਫੇਥ ਤੇ ਔਰ ਸਾਡੇ ਜਿਹੜੇ ਮਜ਼ਾਹਿਬ ਨੇ ਸਭ ਨੂੰ ਇਕੱਠਾ ਕਰਕੇ ਅੱਜ ਇਹ ਗੱਲ ਕਰ ਰਹੇ ਹੋ। ਨੇਚਰਲੀ ਸਲਮਾਨ ਜ਼ਫਰ ਸਾਹਿਬ ਨੇ ਕਿਹਾ ਹੈ, ਮੈਂ ਤਾਇਦ ਕਰਨਾ, ਸਭ ਤੋਂ ਪਹਿਲੇ ਤਾਂ ਮੈਂ ਅਫਸੋਸ ਦਾ ਇਜ਼ਹਾਰ ਕਰਨਾ ਕਿ ਜੋ ਇੰਡੀਆ 'ਚ ਇਸ ਵਕਤ ਜਿੰਨੀ ਜ਼ਿਆਦਾ ਹਾਲਾਤ ਖਰਾਬ ਨੇ, ਅੱਲਾਹ ਤਾਲਾ ਕਰੇ इंसान खून ਦਾ ਰੰਗ ਇੱਕ ਹੀ ਹੈ, इंसान ਇੱਕ ਹੀ ਨੇ ਔਰ ਸ਼ਾਇਦ ਅੱਲਾਹ ਨਾਰਾਜ਼ ਹੈ ਸਾਡੇ ਨਾਲ, ਜਾਂ ਸਾਡਾ ਜਿਹੜਾ ਭਗਵਾਨ ਹੈ ਜਾਂ ਸਾਡਾ ਖੁਦਾ ਹੈ, गॉड है, जो भी है, कोई नाराज है साडे नाल कि जितना बुरा टाइम इस दफा असी देख रहे हैं। साडे बच्चे एक कदी इस तरह होया नहीं सी कि वालदैन दी बच्चियां दे बेचारियां दे फ्यूनरल विच उन्हां दे अपने बच्चे जिहड़े ने वो भी शामिल नहीं होए। अमेरिका च बड़ियां सारियां मिसालां इस तरह दियां ने कि वो बेचारियां दियां डेथ्स होईयां तो बेचारे बच्चे भी नहीं जा सके। इतनी इस तरह की सूरत हाल शायद कि इस जिंदगी अपनी इस लाइफ असी तो नहीं देखी, लेकिन चूंकि एक खुशी इस सेंस है कि अल्लाह ताला ने या जो मुस्लिम कंसैप्ट है कि 30 दिन के रोजे ने, पहले उन्होंने रोजियां तो बाद सबर, मुशक्कत, प्यास, बर्दाश्त तो बाद फिर एक वक्त आता है कि इंसान को पता चलता है कि जेडे मेरे तो थले, मेरे तो घट लोग ने, उन्हां दी प्यास, उन्हां दी बर्दाश्त के बारे एक सबक है अल्लाह ने दिता है। फिर एक ईद, वरना अल्लाह या परमात्मा या जनाब गॉड नूं की लोड़ है साडे भुखे रहन ते, वो तो रिज़क देण वाला है ते ओनू कोई जरूरत नहीं कि असीं भुखे रहिए, लेकिन एक सबक है अपनी इंसानां वास्ते। मैं तो अल्लाह ताला तों दुआ करांगा कि अल्लाह करे साडियां गलतियां पाकिस्तान दियां ने या इंडिया दियां ने उन्होंने माफ करे। कश्मीर है, कश्मीर हालात बड़े खराब ने, अल्लाह करे कि इसे चीज नूं सामने रखते हुए साडी जिहड़ी गवर्नमेंट है इंडिया दी वो इस चीज ते मेहरबानी करे, मेहर करे उन्हां गरीबां दे उत्ते, जूनागढ़ दे इन्हां दे उत्ते करे, कुछ ना कुछ एहसान करे, शायद अल्लाह ताला साडी सुन ले और ये परेशानी, ये मुसीबत, ये मौतां, ये जनाजे इन्हां तो अल्लाह ताला सानू देवे, निजात देवे। बाकी मेरे भाई ने बड़ा खूबसूरत गीत सुनाया इस गम दी फजा और इस परेशानी दे दौर एकदम एक गीत सुना रहे सन तो मैं वापस पहुंच गया, वही सोच रहा सी कि हालात शायद हर चीज ब्लैंक हो गई ते, लेकिन फिर एक सलमान जफर साहब ने बड़ी खूबसूरत गल की थी कि खुशियां भी ने, लेकिन प्रीत जी ये भी है कि अल्लाह ताला तू दुआ गो भी है कि अल्लाह ताला जिथे जिथे जुल्म हो रहा है, जिथे परेशानी हो रही है, जिथे भी इस तरह के माहौल है, उत्थे मेरा मालिक करे कि मेरा मालिक इनू हालात ठीक करे साडे जिहड़े ने, और अल्लाह माफ करे, सानू माफ कर दे, सानू माफी दे तलबगार है, ताकि ईदां, ये विसाखियां, ये मेले ठेले, ये हर चीज उवें अपनी पुरानी सूरत हाल वापस आ जाए। ते बड़ी मेहरबानी रब तुहाडी, बड़ी मेहर प्रीत जी, तुसीं बड़ा ही अच्छा मौजू अज सिलेक्ट कीता है, मैं तुहाडा बड़ा शुक्रगुजार हां, थैंक यू।
ਥੈਂਕ ਯੂ ਸੋ ਮਚ ਸ਼ਾਜੀ, ਥੈਂਕ ਯੂ ਸੋ ਮਚ। ਆਈ ਨੋ ਕਿ ਸਲਮਾਨ ਜੀ ਨੇ ਵੀ ਗੱਲ ਕਹੀ ਹੈ ਤੇ ਬਾਰ-ਬਾਰ ਤੁਸੀਂ ਵੀ ਇਹ ਕਹਿ ਰਹੇ ਹੋ, ਮੈਂ ਵੀ ਇਹੀ ਦੁਹਰਾ ਰਹੀ ਹਾਂ ਕਿ ਵਾਕਈ ਈਦ ਜਿਹੜੀ ਹੈ ਅਸੀਂ ਮਨਾ ਰਹੇ ਹਾਂ, ਪਰ ਅੰਦਰੋਂ ਜਿਹੜੀ ਹੈਗੀ ਹੈ ਸਾਨੂੰ ਤਕਲੀਫ ਹੈ। ਅਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਹਾਂ। ਇਸ ਕਰੋਪੀ ਦੇ ਜੋ ਸਾਡੇ ਤੇ ਵਰਤ ਰਹੀ ਹੈ, ਮੈਂ ਇਹਦੇ ਲਈ ਆਪਣੇ ਆਪ ਨੂੰ ਅਸੀਂ ਜ਼ਿੰਮੇਵਾਰ ਮੰਨਦੇ ਹਾਂ, ਕਿਉਂਕਿ ਇਨਸਾਨ ਨੇ ਕੁਦਰਤ ਨਾਲ ਬਹੁਤ ਕਹਿਰ ਕਮਾਇਆ। ਚੰਦ ਕੁ ਸਾਇੰਸ ਦੀ ਖੋਜ ਕਰਕੇ ਜਾਂ ਨਵੀਆਂ ਤਕਨੀਕਾਂ ਇਜਾਦ ਕਰਕੇ ਇਨਸਾਨ ਆਪਣੇ ਆਪ ਨੂੰ ਭਗਵਾਨ ਬਣਨ ਤੇ ਤੁਲ ਗਿਆ। ਤੇ ਅੱਜ ਇਹ ਕਰੋਪੀ ਜਿਹੜੀ ਸਾਡੇ ਤੇ ਵਰਤ ਰਹੀ ਹੈ, ਤੁਸੀਂ ਦੇਖੋ ਦੁਨੀਆ ਭਰ ਚ ਇੰਨੇ ਵੱਡੇ ਤੋਂ ਵੱਡੇ ਸਾਇੰਸਦਾਨ ਹੈਗੇ ਨੇ, ਵਿਗਿਆਨਿਕ ਬੈਠੇ ਹਨ, ਡਾਕਟਰ ਬੈਠੇ ਨੇ, ਉਹ ਹਜੇ ਤੱਕ ਕੋਈ ਵੀ ਇਹਦੀ ਇਹੋ ਜਿਹੀ ਦਵਾਈ ਨਹੀਂ ਬਣਾ ਸਕੇ ਜਿਹੜੀ ਕਿ ਇਸ ਨੂੰ ਜੜੋਂ ਖਤਮ ਕਰ ਸਕੇ। ਸੋ ਇਸ ਸਭ ਦਾ ਕਾਰਨ ਕੀ ਹੈ ਕਿ ਮਾਲਕ ਆਪਣੀ ਹੋਂਦ ਦਰਸਾਉਣਾ ਚਾਹੁੰਦਾ ਹੈ ਕਿ ਬੰਦੇ ਤੂੰ ਜਿੰਨਾ ਮਰਜ਼ੀ ਉੱਡ ਲੈ, ਹੈ ਤੂੰ ਮੇਰਾ ਹੀ ਖਿਡੌਣਾ। ਸੋ ਪਰ ਸਾਡੀ ਇਸ ਸਮੇਂ ਇਹ ਪ੍ਰੇ ਹੀ ਹੈ ਕਿ हे ਮਾਲਕ ਬਖਸ਼ ਲੈ ਸਾਡੇ ਗੁਨਾਹ, ਅਸੀਂ ਗੁਨਾਹਗਾਰ ਹਾਂ, ਅਸੀਂ ਮਾਫੀ ਮੰਗਦੇ ਹਾਂ, ਬਸ ਕਰੋ, ਅਸੀਂ ਸਮਝ ਗਏ ਹਾਂ ਤੇ ਭੁੱਲਾ ਚੁੱਕਾ ਬਖਸ਼ ਕੇ ਫੇਰ ਅਬ ਤੋਂ ਖੁਸ਼ਹਾਲੀ ਲੈ ਕੇ ਆਓ। ਸੋ ਜਸੀ ਜੀ, ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਤੁਸੀਂ ਇਹਨਾਂ ਨੂੰ ਈਦ ਦੀ ਮੁਬਾਰਕ ਕਮਿਊਨਿਟੀ ਨੂੰ ਤੇ ਆਪਣੇ ਵਿਚਾਰ ਵੀ ਇਸ ਬਾਰੇ ਜ਼ਰੂਰ ਸਾਂਝੇ ਕਰੋ। ਤੇ ਹੋ ਸਕੇ ਤਾਂ ਇੱਕ ਸੋਹਣੀ ਜੀ ਕਵਿਤਾ, ਜਿੰਨਾ ਸੋਹਣਾ ਤੁਸੀਂ ਲਿਖਦੇ ਹੋ, ਆਪਣੇ ਬੋਲ ਵੀ ਸਾਂਝੇ ਥੈਂਕ ਯੂ, ਆਈ ਵਿਲ ਟਰਾਈ। ਮੈਂ ਸਭ ਤੋਂ ਪਹਿਲਾਂ ਤਾਂ ਭਾਈਜਾਨ ਹੋਰਾਂ ਨੂੰ ਤੇ ਪੂਰੀ ਬਰਾਦਰੀ ਨੂੰ, ਸਾਰਿਆਂ ਨੂੰ ਈਦ ਦੀ ਬਹੁਤ ਮੁਬਾਰਕ ਦਿੰਦਾ। ਮੈਨੂੰ ਯਾਦ ਹੈ ਭਾਈਜਾਨ ਕਿ ਜਦੋਂ ਮੇਰੇ ਦਾਦਾ ਜੀ ਹੁੰਦੇ ਸੀਗੇ ਤੇ ਪਾਪਾ ਜੀ ਹੁੰਦੇ ਸੀਗੇ, ਮਤਲਬ ਕਦੇ ਵੀ ਨਹੀਂ ਹੋਇਆ ਕਿ ਵੀ ਜੇ ਈਦ ਹੈ ਤਾਂ ਵੀ ਸਾਡੀ ਸਾਂਝੀ ਸੀ, ਤੇ ਜੇ ਸਾਡੀ ਵਿਸਾਖੀ ਜਿਵੇਂ ਤੁਸੀਂ ਕਿਹਾ ਹੈ ਜਾਂ ਦੀਵਾਲੀ ਹੈ, ਉਹ ਵੀ ਸਾਰੀਆਂ ਸਾਂਝੀਆਂ ਹੀ ਹੁੰਦੀਆਂ ਸੀਗੀਆਂ। ਜਵਾਬ ਰੋਲੇ ਸੀਗੇ ਸਮੇਂ ਦੇ, ਜਿਨ੍ਹਾਂ ਨੇ ਇਹਦੇ 'ਚ ਨਾ ਕੁਛ ਗਰਦ ਪਾਤੀ ਤੇ ਕੁਛ ਲੋਕ ਸੀ ਜਿਨ੍ਹਾਂ ਨੇ ਇਹ ਦੀਵਾਰਾਂ ਇਕੱਠੀਆਂ ਕਰ ਦਿੱਤੀਆਂ, ਖੜੀਆਂ ਕਰ ਦਿੱਤੀਆਂ, ਜਿਹੜੀਆਂ ਕਿ ਕਦੇ ਵੀ ਨਹੀਂ ਸੀਗੀਆਂ। ਅੱਜ ਵੀ ਤੁਸੀਂ ਦੇਖੋ ਕਿ ਮੈਂ ਅੱਜ ਕੱਲ੍ਹ ਇੰਡੀਆ 'ਚ ਹਾਂ ਬਾਏ ਦਾ ਵੇ, ਤੇ ਮੇਰੇ ਮਮ ਦੀ ਤਬੀਅਤ ਖਰਾਬ ਸੀਗੀ ਤੇ ਮੈਨੂੰ ਆਉਣਾ ਪਿਆ, ਤੇ ਉਹ ਮੇਰੇ ਦੋਸਤ ਨੇ ਇੱਥੇ, ਤੇ ਉਹਨਾਂ ਦੇ ਜਿਹੜੇ ਬੱਚੇ ਨੇ, ਮਤਲਬ ਹੀ ਫਰੋਮ ਡੈਫੀਨਿਟਲੀ ਈਦ ਮਨਾ ਰਹੇ ਨੇ ਉਹ ਸਾਰੇ ਪਰਿਵਾਰ ਪੂਰਾ। ਤੇ ਉਹਨਾਂ ਦੇ ਮੇਰੀ ਮਮ ਹੈ, ਉਹਨਾਂ ਦੀ ਦਾਦੀ ਹੈ, ਕਿਉਂਕਿ ਉਹਨਾਂ ਦੇ ਫਾਦਰ ਮੇਰੇ ਦੋਸਤ ਹੈ, ਤੇ ਮੈਂ ਉਹਨਾਂ ਦੇ ਚਾਚਿਆਂ ਤੋਂ ਵੱਡਾ ਚਾਚਾ। ਮੇਰੀ ਸਿਸਟਰ ਉਹਦੀ ਭੂਆ ਹੈ, ਉਹਨਾਂ ਦੀ ਆਪ ਦੀ ਭੂਆ ਤੋਂ ਵੱਡੀ ਉਹ ਭੂਆ ਹੈ। ਤੇ ਉਹਦੀ ਆਪ ਦੀ ਭੂਆ ਸੁਣੇ ਨਾ ਸੁਣੇ, ਜਦੋਂ ਇਹ ਸਿਸਟਰ ਨੇ ਕਾਲ ਕਰਨਾ ਹੈ, ਸ਼ੀ ਇਜ਼ ਆਲਸੋ ਹੇਅਰ ਵਿਦ ਮੀ, ਤੇ ਉਹਨਾਂ ਨੇ ਪਹਿਲਾਂ ਕਹਿਣਾ ਕਿ ਭੂਆ ਦਾ ਫੋਨ ਆਇਆ, ਬਾਕੀ ਛੱਡ। They are in very good clothing business here in Bathinda. We have very good, and ਹੁਣ ਵੀ ਉਹਨੇ ਕਿਹਾ ਕਿ ਚਾਚਾ ਦੇਖ ਤੂੰ ਜਿਵੇਂ ਮਰਜ਼ੀ ਕਰ, ਤੂੰ ਆਪਦੀ ਟਿਕਟ ਐਕਸਟੈਂਡ ਕਰਾ, ਕੁਛ ਮਰਜ਼ੀ ਕਰ, ਈਦ ਐਤਕੀ ਤੂੰ ਸਾਡੇ ਨਾਲ ਆਉਣੀ ਹੈ, ਤੂੰ ਕੁਦਰਤੀ ਇੱਥੇ ਹੈ। ਤੇ ਵੀ ਹੈਵ ਦੈਟ, ਮਤਲਬ ਸ਼ਾਮ ਨੂੰ ਹੁੰਦਾ ਜੀ ਇਫਤਾਰ ਹੈ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਐਟਲੀਸਟ 1 ਜਾਂ 2 ਇਫਤਾਰ ਅਸੀਂ ਆਪਣੇ ਵੱਲੋਂ ਦੇ ਕੇ ਆਈਏ। ਤੇ ਉਹ ਮਤਲਬ ਇਟ ਇਜ਼ ਵੈਰੀ ਕਾਮਨ ਐਂਡ ਡੈਫੀਨਿਟਲੀ ਆਪਣੇ ਤੁਸੀਂ ਜਾਣਦੇ ਹੋਵੋਗੇ ਸਕਲੈਨ ਮਲਿਕ ਨੇ, ਸਕਲੈਨ ਸਾਹਿਬ ਮਤਲਬ ਇਜ਼ ਲਾਈਕ ਆਈ ਐਮ ਹਿਜ਼ ਫਰਸਟ ਬ੍ਰਦਰ ਜੀ ਇਨ ਨਿਊਯਾਰਕ। ਅੱਛਾ, ਮਾਸ਼ਾਅੱਲਾ। ਸਕਲੈਨ ਸਾਹਿਬ, ਹਾਂ, ਉਹ ਮੇਰੇ ਨਾਲ ਹੀ ਨੇ। ਮਤਲਬ ਉਹਨਾਂ ਦੇ ਵਾਸਤੇ ਉਹਨੇ ਕਿਹਾ ਕਿ ਉਹਨੇ ਪਹਿਲਾਂ ਵੀ ਕਿਹਾ ਹੋਇਆ, ਉੱਥੇ ਓਪਨਲੀ ਕਿਹਾ ਕਿ ਜੇ ਮੈਂ ਕਦੇ ਮਰਿਆ ਨਾ, ਜੇ ਮੈਨੂੰ ਕੁਛ ਹੋਇਆ ਤੇ 2 ਬੰਦੇ ਪਹਿਲਾਂ ਮੈਨੂੰ, ਮੇਰੇ ਬੰਦਿਆਂ ਨੂੰ ਨਹੀਂ ਪਤਾ ਲੱਗਣਾ, ਪਹਿਲਾਂ ਉਹਨਾਂ ਨੂੰ ਪਤਾ ਲੱਗਣਾ, ਜਾਂ ਜੱਸੀ ਨੂੰ ਪਤਾ ਲੱਗਣਾ ਤੇ ਜਾਂ ਇੱਕ ਡੀਪੀ ਨੇ, ਇਹਨਾਂ ਦੋਨਾਂ ਨੂੰ ਪਹਿਲਾਂ ਪਤਾ ਲੱਗਣਾ ਤੇ ਬਾਕੀ ਕਿਸੇ ਨੂੰ ਬਾਅਦ ਚ ਪਤਾ ਲੱਗਣਾ। ਸੋ ਇਵਨ ਮੈਂ ਪਾਕਿਸਤਾਨ ਗਿਆ ਤੇ ਆਈ ਹੈਵ ਵੈਰੀ ਗੁੱਡ ਟਾਈਮ ਦੇਅਰ, ਮੀ, ਮਾਈ ਮਮ, ਮਾਈ ਡੈਡ, couple of years back, so we have very good time. ਪ੍ਰੀਤ ਜੀ, ਤੁਹਾਡਾ ਹੁਕਮ ਸਿਰ ਮੱਥੇ। ਇੱਕ ਨਜ਼ਮ ਹੈ ਜੀ, ਸਾਰਿਆਂ ਦੀ ਨਜ਼ਰ ਮੇਰੇ ਵੱਡੇ ਵੀਰਾਂ ਦੇ ਨਾਂ। ਕੁਛ ਗਮ ਭੁਲਾਏ ਜਾएं, कुछ गम भुलाए जाएं, कुछ यादें बचा ली जाएं। वाह, क्या बात। कुछ गम भुलाए जाएं, कुछ यादें बचा ली जाएं, वक्त की आंधियों में कुछ घरौंदे बचाए जाएं। वाह, क्या बात। वक्त की आंधियों में कुछ घरौंदे बचाए जाएं। एक दौड़ सी लगी है, एक होड़ सी लगी है, एक दौड़ सी लगी है, एक होड़ सी लगी है, इस रफ्तार के वलवलों में कुछ रिश्ते बचाए जाएं। वाह, क्या बात। नाम भुलाए जाएं, कुछ यादें बचा ली जाएं।
कुछ रंग बखेरे जाएं, कुछ दोस्त फिर याद आएं। कुछ रंग बिखेरे जाएं, कुछ दोस्त फिर याद आएं, पलट समय के पन्नों को शायद मरहम नजर आ जाए। खूबसूरत। पलट समय के पन्नों को शायद मलहम नजर आ जाए। कुछ नाम भुलाए जाएं, रफ्तार में बिखरे हैं रंग कहीं, जहनी गुबार में उन्हें ढूंढा जाए। रफ्तार में बिखरे हैं रंग कहीं, जहनी गुबार में उन्हें ढूंढा जाए। हटा के गर्द नफरतों की, हटा के गर्द नफरतों की, आओ इस रंग में रंगा जाए। कुछ नाम भुलाए जाएं, कुछ यादें बचा ली जाएं। आखिरी बंद है जी, ना कोई छोटा ना बड़ा यहां, तलखियों को कहीं छोड़ा जाए। ना कोई छोटा ना बड़ा यहां, तलखियों को कहीं छोड़ा जाए। रिश्ता दिखेगा हर शख्स तुम्हें यहां, रिश्ता दिखेगा हर शख्स तुम्हें यहां, आओ महरम इस भीड़ में ढूंढा जाए। कुछ यादें भुलाई जाएं, कुछ यादें बचा ली जाएं, वक्त की आदियों में कुछ घरौंदे बचाए जाएं, कुछ घरौंदे बचाए जाएं। बहुत अच्छे। बहुत खूबसूरत, बहुत ही वेरी नाइस, वेरी नाइस। जैसे जी थैंक यू सो मच। बहुत ਤੁਸੀਂ ਅੱਛੀ ਇੱਕ ਨਜ਼ਮ ਕਹੀ ਹੈ। ਤੇ ਮੈਂ ਕੁਲਭੂਸ਼ਣ ਜੀ, ਮੈਂ ਤੁਹਾਡੇ ਕੋਲ ਇੱਕ Song ਹੋਰ ਮੈਂ ਤੁਹਾਨੂੰ ਕਿਹਾ ਸੀ ਈਦ ਦਾ Song, ਤੇ ਪਲੀਜ਼ ਤੁਸੀਂ ਆਪਣਾ ਉਹ ਇੱਕ ਜਿਹੜਾ ਨੈਕਸਟ ਨਜ਼ਰਾਨਾ ਹੈ ਉਹ ਪੇਸ਼ ਕਰੋ ਹੁਣ, ਫਿਰ ਆਪਾਂ ਗੱਲਬਾਤ ਦਾ ਸਿਰਾ ਅੱਗੇ ਵਧਾਵਾਂਗੇ। ठीक है प्रीत जी, बिल्कुल जरूर। और मैं तो यही बोलूंगा कि ईद का जो चांद है बहुत जल्दी सबको नजर आए, और बट चांद और भी जगह भी होते हैं, तो अब देखते हैं कौन से चांद की बात कर रहे हैं। चांद सी महबूबा हो मेरी, कब ऐसा मैंने सोचा था। हाँ तुम बिल्कुल वैसी हो जैसा मैंने सोचा था। चांद सी महबूबा हो मेरी, कब ऐसा मैंने सोचा था। हाँ तुम बिल्कुल वैसी हो जैसा मैंने सोचा था। आई होप आपको ये सारे गाने आते हो। क्या बात है। ना कसमें है ना रस्में है, ना शिकवे है ना वादे हैं। ना कसमें है ना रस्में है, ना शिकवे है ना वादे हैं। एक सूरत भोली भाली है, दो नैना सीधे साधे हैं, दो नैना सीधे साधे हैं। ऐसा ही रूप ख्यालों में था, ऐसा मैंने सोचा था। हाँ तुम बिल्कुल वैसी हो जैसा मैंने सोचा था। मेरी खुशियाँ ही ना बांटे, मेरे गम भी सहना चाहे।
मेरी खुशियाँ ही ना बांटे, मेरे गम भी सहना चाहे, देखे ना ख्वाब महलों के, मेरे दिल में रहना चाहे, मेरे दिल में रहना चाहे। इस दुनिया में कौन था ऐसा जैसा मैंने सोचा था। हाँ तुम बिल्कुल वैसी हो जैसा मैंने सोचा था। चाँद सी महबूबा हो मेरी कब ऐसा मैंने सोचा था। हाँ तुम बिल्कुल वैसी हो जैसा मैंने सोचा था। हाँ तुम बिल्कुल वैसी हो जैसा मैंने सोचा था। बहुत खूबसूरत कलबंजन जी, थैंक यू सो मच। बहुत खूबसूरत, ब्यूटीफुल, बहुत अच्छे। एक पुरानी मेमोरी से याद करवाते हैं कि पुराने गाने बहुत ਇੰਨੇ मतलब ਹਸੀਨ ਨੇ ਨਗਮੇ ਉਹ ਹੈ ਕਿ ਯਾਦ ਆ ਜਾਂਦੀਆਂ ਨੂੰ। ਤੇ ਬਹੁਤ ਖੂਬਸੂਰਤ ਆਵਾਜ਼, ਬਹੁਤ ਸੋਹਣਾ ਤੁਸੀਂ ਗਾਇਆ, ਥੈਂਕ ਯੂ ਸੋ ਮਚ। ਜਿਵੇਂ ਕਿ ਸ਼ਾਹ ਜੀ ਨੇ ਵੀ ਕਿਹਾ, ਜੱਸੀ ਜੀ ਨੇ ਵੀ ਹੁਣੇ ਕੀਤਾ ਕਿ ਸਭ ਕੁਝ ਇੱਕ ਹੀ ਹੈ, ਸਿਰਫ ਸਿਆਸੀ ਜਿਹੜੀਆਂ ਦੀਵਾਰਾਂ ਨੇ ਉਹ ਸਿਆਸੀ ਲੋਕਾਂ ਨੇ ਬਣਾ ਦਿੱਤੀਆਂ ਆਪਣੀਆਂ ਰੋਟੀਆਂ ਸੇਕਣ ਦੇ ਲਈ, ਪਰ ਮਨ ਦੇ ਵਿੱਚ ਉਹੀ ਹੈ। ਕੱਲ ਮੇਰੀ ਇਕਬਾਲ ਜੀ ਨਾਲ ਗੱਲ ਹੋਈ, ਕਹਿੰਦੇ ਕਿ ਅਸੀਂ ਗੁਰਦਾਸਪੁਰ ਦੇ ਆ, ਤੇ ਮੈਂ ਕਿਹਾ ਜੀ ਅਸੀਂ ਕਰਤਾਰਪੁਰ ਦੇ ਆ। ਬਹੁਤ ਅੱਛੇ। ਤੁਸੀਂ ਲੈਂਦੇ ਚੜਦੇ ਹੈ ਕਿ ਤੁਸੀਂ ਇੱਧਰ ਦੇ ਹੋ, ਅਸੀਂ ਉਧਰ ਦੇ ਆ, ਤੁਸੀਂ ਇੱਧਰ ਬੈਠੇ ਹੋ, ਅਸੀਂ ਉਧਰ ਬੈਠੇ ਆ, ਪਰ ਆਪਣਾ ਅਸੀਂ ਫੇਰ ਆ ਇੱਥੇ ਇਕੱਠੇ ਹੋਏ ਆ। ਇੱਕ ਪੰਜਾਬੀ ਸਾਡੇ ਇੱਕ ਬੜੇ ਸ਼ਾਇਰ ਨੇ ਪੰਜਾਬੀ, ਮੁਨੀਰ ਨਿਆਜ਼ੀ, ਹਾਂਜੀ, ਤੇ ਉਹਨਾਂ ਦੀ ਇੱਕ ਮੈਂ ਤੁਹਾਨੂੰ ਨਜ਼ਮ ਛੋਟੀ ਜੀ ਸੁਣਾਉਣਾ ਚਾਹਨਾ ਪੰਜਾਬੀ ਦੀ। ਸਲਮਾਨ ਜ਼ਫਰ ਤਾਂ ਜਾਣਦੇ ਨੇ। ਉਹ ਲਿਖਦੇ ਕਿ ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ, ਇਹ ਗੱਲਾਂ ਹੁਣ ਕਰਨ ਦੀਆਂ ਨਹੀਂ। ਬਿਲਕੁਲ, ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ, ਅਸੀਂ ਇੱਕ ਦੂਸਰੇ ਤੇ ਪਾਉਂਦੇ ਹਾਂ ਨਾ ਜੀ, ਇਹ ਕਰ ਦਿੱਤਾ ਤੇ ਇਹ ਹੋ ਗਿਆ। ਉਹ ਕਹਿੰਦੇ ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ, ਇਹ ਗੱਲਾਂ ਹੁਣ ਕਰਨ ਦੀਆਂ ਨਹੀਂ, ਵੇਲੇ ਲੰਘ ਗਏ ਤੌਬਾ ਵਾਲੇ, ਸਾਵਾਂ ਕੇ ਭਰਨ ਦੀਆਂ ਨਹੀਂ। ਤੇ ਜੋ ਹੋਈ ਉਹ ਹੋਣੀ ਸੀ, ਤੇ ਹੋਣੀ ਉਹ ਰੁਕਦੀ ਨਹੀਂ। ਗੱਲ ਜਦਾਂ ਇੱਕ ਵਾਰੀ ਸ਼ੁਰੂ ਹੋ ਜਾਵੇ ਗੱਲ ਫਿਰ ਐਵੇਂ ਮੁੱਕਦੀ ਨਹੀਂ। ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ। ਬਹੁਤ ਖੂਬ, ਬਹੁਤ ਅੱਛੇ ਪੰਜਾਬੀ ਵੀ ਹੈ, ਕਿਆ ਬਹੁਤ ਖੂਬ ਗੀਤ ਸੀ। ਯਸ ਜੀ, ਪਿਆ ਮਜ਼ਾ ਆ ਗਿਆ ਸੁਣ ਕੇ। ਬਹੁਤ। ਸੋ ਸ਼ਾਹ ਜੀ, ਮੈਂ ਤਾਂ ਆਪਣੀ ਇੱਕ ਵਾਰੀ ਪਹਿਲਾਂ ਵੀ ਗੱਲ ਹੋਈ ਸੀ, ਯਾਦ ਹੈ ਕਿ ਮੈਂ ਉਸ ਦਿਨ ਵੀ ਤੁਹਾਨੂੰ ਦੱਸਿਆ ਸੀ, ਉੱਠਦੇ ਸਾਰ ਸਵੇਰੇ ਤੁਸੀਂ ਫੋਨ ਕੀਤਾ ਸੀ, ਤੁਸੀਂ ਪਾਕਿਸਤਾਨ ਸੀ, ਤੇ ਮੈਂ ਕਿਹਾ ਕਿ ਸ਼ਾਹ ਜੀ ਤੂੰ ਪ੍ਰੀਤ ਲਾਹੌਰ ਆਈ ਸੀ, ਮੈਂ ਕਿਹਾ ਨਹੀਂ ਤੇ ਫਿਰ ਤੂੰ ਲਿਖਿਆ ਕਿੱਦਾਂ? ਤੇ ਮੈਂ ਦੱਸਿਆ ਕਿ ਮੈਂ ਅੱਜ ਰਾਤ ਲਾਹੌਰ ਪਹੁੰਚ ਗਈ ਸੀ, ਜੋ ਮੈਂ ਲਿਖਿਆ ਹੂਬਹੂ ਮੈਂ ਰਾਤ ਨੂੰ ਦੇਖਿਆ, ਸਵੇਰੇ 4 ਵਜੇ ਦੇਖਿਆ, ਤੇ ਮੈਂ ਉੱਠਦੇ ਸਾਰੀ 6 ਵਜੇ ਲਿਖਤਾ। ਤੇ ਮੈਂ ਅੱਜ ਸਾਰੇ ਨਾਲ ਹੀ ਨਜ਼ਮ ਸਾਂਝੀ ਕਰਦੀ ਹਾਂ ਕਿ ਹਾਂ ਸੱਚੀ ਅੱਜ ਸੁਪਨੇ ਦੇ ਵਿੱਚ ਮੈਂ ਲਾਹੌਰ ਵੇਖਿਆ। ਸੱਚੀ ਸੁਪਨੇ ਦੇ ਵਿੱਚ ਅੱਜ ਮੈਂ ਲਾਹੌਰ ਵੇਖਿਆ, ਬੜੇ ਸੋਹਣੇ ਇੱਕ ਪਿੰਡ ਦਾ ਮਾਹੌਲ ਵੇਖਿਆ। ਰਾਵੀ ਪਾਰ ਗਈ ਮੈਂ ਲਾਹੌਰ ਉਡਾਰੀ ਮਾਰ, ਕਰ ਰਾਵੀ ਪਾਰ ਗਈ ਮੈਂ ਲਾਹੌਰ ਉਡਾਰੀ ਮਾਰ, ਕੱਚੇ ਪੱਕੇ ਲਿਪੇ ਪੋਚੇ ਵਿਹੜੇ ਦੇ ਵਿਚਕਾਰ। ਕੱਚੇ ਪੱਕੇ ਲਿਪੇ ਪੋਚੇ ਵਿਹੜੇ ਦੇ ਵਿਚਕਾਰ, ਬੀਬੀ ਕੱਤਦੀ ਸੀ ਪੂਣੀਆਂ ਬਣਾ ਕੇ ਲੰਬੀ ਲੰਬੀ ਤਾਰ। ਘੁੱਗੀ ਉਕਰੇ ਚੌਂਕੇ ਵਿੱਚ, ਘੁੱਗੀਆਂ ਉਕਰੇ ਚੌਂਕੇ ਦੇ ਵਿੱਚ ਬੈਠੀ ਸੀ ਇੱਕ ਚੂੜੇ ਵਾਲੀ ਨਾਰ, ਚੁੱਲ੍ਹੇ ਰਿੱਝਦਾ ਵੇਖਿਆ ਮੈਂ ਸਾਗ ਗੰਦਲਦਾਰ। ਇੱਕ ਕੱਚੀ ਜਿਹੀ ਗਲੀ ਦੇ ਵਿੱਚ, ਇੱਕ ਕੱਚੀ ਜਿਹੀ ਗਲੀ ਦੇ ਵਿੱਚ ਅਸੀਂ ਖੇਡਦੇ ਨਿਆਣੇ, ਤੇ ਇੱਕ ਪਾਸੇ ਭੱਠੀ ਉੱਤੇ ਬੇਬੇ ਭੁੰਨਦੀ ਸੀ ਦਾਣੇ।
ਮਾਰ ਹੋਕਾ ਇੱਕ ਭਾਈ ਵੇਚ ਰਿਹਾ ਸੀ ਖਿਡੌਣੇ ਤੇ ਪਿੱਪਲੀ ਦੇ ਹੇਠ ਸਾਥ ਵਿੱਚ ਕੁਝ ਬੈਠੇ ਸੀ ਸਿਆਣੇ। ਵਾਹ ਵਾਹ। ਖੁਸ਼ ਦਿਲ ਚਿਹਰਿਆਂ ਦੇ ਮੂੰਹ ਡਿੱਗਦੇ ਸੀ ਮਖਾਣੇ। ਮਤਲਬ ਉਹਨਾਂ ਦੇ ਚਿਹਰੇ ਏਡੇ ਖਿੜੇ ਹੋਏ ਸੀ ਜਿਵੇਂ ਮਖਾਣੇ। ਬਿਲਕੁਲ ਬਿਲਕੁਲ। ਕੰਧ ਪਾਰ ਸੀ ਵਿਆਹ ਸਪੀਕਰ ਵਿੱਚ ਵੱਜਦੇ ਸੀ ਗਾਣੇ। ਕੀ ਬਾਤ ਹੈ। ਕੰਧ ਪਾਰ ਸੀ ਵਿਆਹ ਵੱਜਦੇ ਸੀ ਸਪੀਕਰ ਤੇ ਗਾਣੇ। ਭੰਗੜੇ ਚ ਪਹਿਲਾ ਪਾਂਦਾ ਫੁੱਫੜ, ਭੰਗੜੇ ਚ ਪਹਿਲਾ ਪਾਂਦਾ ਫੁੱਫੜ ਵਾਂਗ ਮੈਂ ਮੋਰ ਦੇਖਿਆ। ਸੱਚੀ ਸੁਪਨੇ ਦੇ ਵਿੱਚ ਅੱਜ ਮੈਂ ਲਾਹੌਰ ਵੇਖਿਆ। ਬੁੱਢਾ ਜਿਹਾ ਕੁੱਬਾ ਬਾਬਾ, ਬੁੱਢਾ ਜਿਹਾ ਕੁੱਬਾ ਬਾਬਾ ਇੱਕ ਵੇਚਦਾ ਸੀ ਬੇਰ। ਕਿਲੋ ਲਵੋ ਜਾਂ 5 ਕਿਲੋ 5 ਰੁਪਏ ਸੇਰ। ਮੌਲਵੀ ਮਸੀਤੇ ਬੋਲੇ ਭਾਈ ਜੀ ਗੁਰਦੁਆਰੇ, ਮੌਲਵੀ ਮਸੀਤੇ ਬੋਲੇ ਭਾਈ ਜੀ ਗੁਰਦੁਆਰੇ। ਦੋਵਾਂ ਵਿੱਚ ਪ੍ਰੇਮ ਸੀ ਭੋਰਾ ਵੀ ਨਹੀਂ ਸੀ ਤੇਰ ਮੇਰ। ਕਿਆ ਸਾਂਝੀ ਈਦ ਤੇ ਦੀਵਾਲੀ ਰੱਬ ਦੀ ਸੀ ਪੂਰੀ ਮਿਹਰ। ਸਾਂਝੀ ਈਦ ਤੇ ਦੀਵਾਲੀ ਰੱਬ ਦੀ ਸੀ ਪੂਰੀ ਮਿਹਰ। ਜੰਨਤ ਦਾ ਧਰਮਾਂ ਦੇ ਨਾਮ ਤੇ ਨਾ ਠੱਗੀ ਨਾ ਕੋਈ ਹੇਰ ਫੇਰ। ਜੰਨਤ ਦਾ ਨਜ਼ਾਰਾ ਰੂਹ ਨੂੰ ਝੰਜਕੋਰ ਵੇਖਿਆ। ਵਾਹ ਵਾਹ ਵਾਹ। ਜੰਨਤ ਦਾ ਇਹ ਨਜ਼ਾਰਾ ਰੂਹ ਨੂੰ ਝੰਜਕੋਰ ਵੇਖਿਆ। ਸੱਚੀ ਸੁਪਨੇ ਦੇ ਵਿੱਚ ਅੱਜ ਮੈਂ ਲਾਹੌਰ ਵੇਖਿਆ। ਜਨਮ ਭੂਮੀ ਭਾਵੇਂ ਮੇਰੀ ਹੈ ਹਿੰਦੁਸਤਾਨ, ਜਨਮ ਭੂਮੀ ਭਾਵੇਂ ਮੇਰੀ ਹੈ ਹਿੰਦੁਸਤਾਨ। ਮੇਰੇ ਗੁਰੂਆਂ ਦੀ ਮਿੱਟੀ ਮੈਨੂੰ ਆਵਾਜ਼ਾਂ ਮਾਰਦੀ। ਚਾਦਰ ਨਾਨਕ ਦੀ ਦੇ ਕਰ ਦਿੱਤੇ ਭਾਵੇਂ 2 ਟੋਟੇ। ਕਿਆ ਬਾਤ। ਹੋਂਦ ਅਜੇ ਵੀ ਸਾਂਝੀ ਹੈ ਮੇਰੇ ਕਰਤਾਰ ਦੀ। ਜਨਮ ਭੂਮੀ ਭਾਵੇਂ ਹੈ ਮੇਰੀ ਹਿੰਦੁਸਤਾਨ ਦੀ। ਮੇਰੇ ਗੁਰੂਆਂ ਦੀ ਮਿੱਟੀ ਮੈਨੂੰ ਹੈ ਆਵਾਜ਼ਾਂ ਮਾਰਦੀ। ਚਾਦਰ ਨਾਨਕ ਦੀ ਦੇ ਕਰ ਦਿੱਤੇ ਭਾਵੇਂ 2 ਟੋਟੇ। ਪਰ ਹੋਂਦ ਅੱਜ ਵੀ ਸਾਂਝੀ ਹੈ ਕਰਤਾਰ ਦੀ। ਨਾਨਕ ਬਾਬਾ ਪੀਰ ਸੀ, ਨਾਨਕ ਬਾਬਾ ਪੀਰ ਤੇ ਗੁਰੂ ਸੀ ਸਾਂਝਾ ਸਭਨਾਂ ਦਾ। ਉਸੇ ਨਨਕਾਣੇ ਦੀ ਤਾਂਗ ਪ੍ਰੀਤ ਨੂੰ ਸੁਪਨੇ ਦੇ ਵਿੱਚ ਹੈ ਆ ਆ ਕੇ ਪੁਕਾਰਦੀ। ਬਜ਼ੁਰਗਾਂ ਦੀ ਉਸ ਮਿੱਟੀ ਨੂੰ ਮੈਂ ਹੋ ਕੇ ਭਾਵ ਵਿਭੋਰ ਦੇਖਿਆ। ਸੱਚੀ ਸੁਪਨੇ ਦੇ ਵਿੱਚ ਅੱਜ ਮੈਂ ਲਾਹੌਰ ਵੇਖਿਆ। ਸੱਚੀ ਸੁਪਨੇ ਦੇ ਵਿੱਚ ਅੱਜ ਮੈਂ ਲਾਹੌਰ ਵੇਖਿਆ। ਸੋ ਏਦਾਂ ਦੀਆਂ ਨਜ਼ਮਾਂ ਮੈਂ ਉਦੋਂ ਹੀ ਲਿਖਦੀ ਹਾਂ ਜਦੋਂ ਮੈਂ ਰਾਤ ਨੂੰ ਉਸ ਮਿੱਟੀ ਦੇ ਦਰਸ਼ਨ ਕਰਦੀ। ਟੂ ਗॉड ਕਿ ਇਹ ਮੇਰਾ ਜੋ ਕੁਝ ਮੈਂ ਦੇਖਿਆ ਮੈਂ ਉਹੀ ਹੂਬਹੂ ਲਿਖਿਆ। ਤੇ ਮੈਂ ਸ਼ਾਹ ਜੀ ਨੂੰ ਦੱਸਿਆ ਕਿ ਏਦਾਂ ਏਦਾਂ ਮਿਲਟਰੀ ਪਾਰ ਕਰਕੇ ਮੈਂ ਦੌੜ ਲਗਾ ਕੇ ਪਹੁੰਚ ਗਈ। ਵਾਹ ਕਿਆ ਬਾਤ। ਸੋ ਉਸ ਦਿਨ ਤੇ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਆਫਟਰ ਆਲ ਸਾਡਾ ਜਿਹੜਾ ਖੂਨ ਦਾ ਰਿਸ਼ਤਾ ਹੈ ਉਸ ਦੇ ਨਾਲ। ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਚ। ਸੋ ਹਿਨਾ ਜੀ ਥੈਂਕ ਯੂ ਸੋ ਮਚ, ਵੈਲਕਮ। ਹਿਨਾ ਜੀ ਸਾਡੇ ਨਾਲ ਨੇ। ਹਿਨਾ ਜੀ ਈਦ ਮੁਬਾਰਕ ਤੁਹਾਨੂੰ। ਤੇ ਤੁਸੀਂ ਆਪਣਾ थैंक यू सो मच। आपको मेरी आवाज आ रही है प्लीज? बिल्कुल बिल्कुल बहुत अच्छी आ रही है। ओके जी, जज़ाकल्लाह खैर। शाह जी अस्सलाम वालेकुम। सलमान साहब अस्सलाम वालेकुम। आप क्या हाल है, खैरियत से हैं? जी अल्लाह का शुक्र, दुआएं आपकी। कल आपका बहुत ज्यादा शुक्रिया अदा करती हूँ कि आपने इतने शॉर्ट नोटिस पर आप आए, जबरदस्त कवरेज की। कल मुबारक, कल बधाइयां, कल तुसी कमाल ही कर दी ईद दे गिफ्ट खाना। और मैं तो कल देख के बड़ा ही हैरान होया। मैं नहीं आ सकिया। हाँ जी सलमान साहब, अब आप नेक्स्ट टाइम आपने आना है। मैं आऊंगा। मैं वो जो एक्चुअली असल में मेरी वो लोअर बैक पेन बहुत ज्यादा कल हो गई थी। जी जी। तो मैं नहीं, वो शाह साहब को मैंने बताया था तो मैं नहीं आ सका इसलिए ना। लास्ट टाइम प्रीत आई थी। प्रीत डिड अ एक्सीलेंट जॉब। शी कवरेज so nicely. And that was also, you know, the first time we were doing, but Preet did a very great job and she's really doing great. That's why right now I'm in my lab. I can't take the mask down because it's not allow us to put the mask down.
And I just take like a 10-minute from my break time to tell my manager, no, this is very special meeting I have to attend. So that's why I am here. Preet, thank you so much to inviting me. और बहुत खूबसूरत शायरी आप करती हैं, बहुत आर्टिस्टिक माइंड आपका है, और उसमें आप सबको इन्वॉल्व करती हैं। जैसे हमारे शाहजी हैं, सारी कम्युनिटी में इन्वॉल्व होते हैं, सब मजहब के लिए बात करते हैं, सबको कवरेज देते हैं। तो ये चीजें हम सब में होनी चाहिए, और हम सबको जो है नॉट ओनली सलमान साहब वर्बल हम काम करें। I think verbal is not going to be do anything. Always the things change and the world change when you do practical. Right. क्योंकि शायद इसका बात का कहने का मकसद भी मेरा ये है कि लैब में भी जब तक हम लोग प्रैक्टिकल काम नहीं करेंगे, we are not able to help out the patient. Right. तो ये चीज होती है, हम सबको जो है एक दूसरे के साथ जेन्युइन होना चाहिए, रियल होना चाहिए। और आई डोंट नो, फेसबुक पे किसी ने इतनी जबरदस्त बात लिखी थी सलमान साहब, जिसको मैं डिस्कस करूंगी आप लोगों से, कि they say that non-Muslim don't read Quran. Non-Muslim don't read Quran, they read you. They don't read Quran, they don't read Hidayah, they read you. So you are best ambassador of Islam. Right. So make yourself like a best ambassador of Islam. They read you, they see how you doing, how you helping. So whatever you're doing, you're showing your religious, you're showing where you come from, how you are helping. ये हम एम्बेसडर अपने वतन के हैं, हम एम्बेसडर अपने मजहब के हैं, अपने फैमिली के हैं। तो हम जो कुछ करेंगे वही लोग जो है उसको रिटर्न बैक करते हैं, अप्रिशिएट करते हैं। और मैं जब भी किसी इवेंट में या कहीं पर होती हूँ, तो अचानक से काफी हमारे कम्युनिटी के कुछ लोग हैं, कहते हैं भाई आप तो बहुत ज्यादा ही इन हो गई हैं, बहुत मशहूर हो गई हैं। सलमान साहब, ये चीजें तो इज्जत और रब देने वाला है, बिल्कुल, बेशक। के हाथ में कहाँ है ये चीजें, बेशक। बंदा किसी को कुछ नहीं दे सकता। और लोग हमेशा जेन्युइन और रियलिटी को पसंद करते हैं। जब आप मुखलिस होते हैं, अच्छे होते हैं और सबके साथ हुस्न सलूक करते हैं, लोग बहुत जल्दी आपको कैच कर लेते हैं। तो ये जो हमने कल चैरिटी प्रोग्राम किया और इससे पहले किया वालदैन फाउंडेशन का, ये मैंने प्रीत से तस्करा किया था, क्योंकि वालदैन और पेरेंट्स तो सबके सांझे हैं, माँ बाप सबके सांझे हैं, हम सब अपने माँ बाप का अक्स हैं। तो हम जो करेंगे अपने लिए, अपने माँ बाप के लिए, वही हमारे बच्चे हमारे लिए करेंगे, हमारे लिए बख्शिश का सामान बनेंगे। तो इसका सब काम जो है सिर्फ ये है कि सबकी हेल्प करना, किसी कोई भी लिमिटेशन नहीं है। तो जब मैंने प्रीत से तस्करा किया तो प्रीत बड़े उसमें शौक और ज़ौक से आई और बहुत शिरकत की और बहुत अच्छा इन्होंने कवरेज की, जो बहुत खुशी हुई। और इंशाल्लाह मैं इसको कंटिन्यू रखूंगी। और मेरी तरफ से सबको, सब नॉन मुस्लिम्स को और मुस्लिम्स को ईद और रमजान की ये बड़ी रातें बहुत मुबारक हो। आप लोगों को, आप अपनी हर दुआ में सबको याद रखें, सबके लिए दुआ करें, सबके लिए आफियत और खैरियत की दुआ करें। और प्रीत, you're doing great. I don't need to tell you what you're doing and how you are helping out community, and you are meeting and you are keeping everyone on a one flag. That's wonderful. तो सलमान साहब की एक्टिविटीज भी देखी मैंने पाकिस्तान में, बहुत अच्छी जगहों की हमें इंफॉर्मेशन दी। करतारपुर भी गया था जी, माशाल्लाह, बहुत अच्छा। मैं कहती हूँ कि यहाँ पे जो भी कम्युनिटी का, और शाहजी का तो तारीफ ही नहीं करूंगी, अगर शाहजी की तारीफ करूंगी तो लोग बोलेंगे शाहजी को मक्खन लगा रही हूँ, राइट? तो शाहजी तो कर ही रहे हैं और बहुत अरसे से कर रहे हैं, और माशाल्लाह हेल्प आउट सबके लिए। अभी भी देखें ड्राइव पे निकले हुए, कहीं ना कहीं जा रहे हैं, कहीं ना कहीं कुछ ना कुछ। हम कम्युनिटी का फ्लाइंग बर्ड्स कह सकते हैं। तो प्रीत जी का हुक्म है कि लीव नहीं करना, तो मैं कर रहा हूं, उनके हुक्म की तामील कर रहा हूं। थोड़ा टाइम और शाहजी।
हाँ जी क्या जी कोई सब बात नहीं लो। लगता है प्लेन भी इनका आप लगता है अपना है जो जैसी जी डटे हैं, जैसी जी को लाए जनाब। जी सलमान साहब, मैं बड़ी एग्री करूंगी, इनका जहाज ढूंढे कि किस जहाज से पाकिस्तान जाते हैं और आते हैं। वही ना। हिना जी जस्सी जी भी हमारे साथ है ऊपर, वो भी आजकल इंडिया गए हुए हैं। 786@gmail.com। जी जीपी सिंह तो जी बहुत बिजी रहते हैं, बहुत अच्छे काम करते हैं। चार्ली के लाइक केविन। जैसे जी अपना बहुत ख्याल रखें, इंडिया में गए हैं आप। जी हमारी दुआएं हैं उनको, उनकी वाइफ को। बहुत ख्याल रखें आप। Hina, so sorry for yesterday because some of health issue I told you. 6116। हाँ जी। नहीं, आपको हमने मिस किया था प्रीत, बट दिस इज Really, गोइंग I टू बी tried to come, कंटिन्यू। बट मैं नहीं आ पाई क्योंकि बताया ना कि दोबारा फिर से मुझे इशू, इवन जस्सी जी को मैंने स्पेशली रात बोला कि जस्सी जी आप जैसे भी हो अटेंड जरूर करेंगे, क्योंकि मुझे लग रहा है मेरे ब्रेन की प्रॉब्लम फिर से, अभी भी पानी का घुट पी रही हूँ और साथ में बोल रही हूँ, तो मैंने कहा चलो जस्सी जी संभाल लेते हैं काम को। जस्सी जी का मुझे बहुत फायदा, एज ए बिग ब्रदर, एज ए बॉस, एज ए सीनियर, एज ए कि बहुत ज्यादा मतलब सहयोग रहता है, इसलिए मैंने को स्पेशल बोला, मैंने कहा मेरे को फिर से प्रॉब्लम है, आप आ जाओ भाई प्लीज। तो मीना थैंक यू सो मच, आप बहुत अच्छा काम कर रही हैं। आप कम्युनिटी की जो है एक बिना भेदभाव के सबका, मैंने देखा उस दिन बहुत रश था, बहुत लोग लंबी लाइन पीछे तक लगी हुई, तो सबको मतलब जो भी नीडी पीपल। प्रीत, जो ये हिल साइड का एरिया जहाँ मैं रहती हूँ, यहाँ रियली नीड टू हेल्प पीपल। यस, क्योंकि अगर आप देखें ब्रुकलिन में 6 जगहों पर 7 जगहों पर फूड डिस्ट्रीब्यूट किया जाता है, एंड आई वांट टू लेट द नेम ऑफ द लेडी सफूरा वसीम, जो कोऑर्डिनेट करती हैं ब्रुकलिन को। वो मुझे बताती है कि इतना फूड गार्बेज होता है शाहजी, वहां पर लोग ले लेते हैं और फिर फेंक देते हैं। तो ये चीजें जो स्टेट से और फेडरल से मिल रही हैं, इसको सलमान साहब सही जगह यूज करना चाहिए, जहां लोग ले रहे हैं। ब्रुकलिन में आप एक जगह करें तो एक क्वींस में करें आप। बिल्कुल, बहुत जरूरी है, जाया करना तो कोई बात नहीं बनती ना, लोग भूखे हैं उनके कल की मैं कथा कलामी होती है आपकी, मैं कल की मैंने देखी है, सबसे खूबसूरत चीज ये थी, उसमें अरबी भी थे, उसमें हमारे कुछ लोग जो थे बांग्लादेश के तो थे, पाकिस्तान के थे, इंडियंस थे, और गिफ्ट्स जो बच्चों को आपने दिए हैं ना, दैट वाज यूनिक, कि सब बच्चों के लिए कपड़े और गिफ्ट्स। तो मैं बड़ा खुश हो रहा था वो देख के। तो माशाल्लाह अरेबिक भी, ईरानी भी वहां पे थे। तो आप और वो जो उसका मेन्यू था, मैं पूछना चाहता था, हमने भी कुछ करना है ईद पे, इट वाज वेरी नाइस, उसमें बड़ी जबरदस्त चीजें थी, वेजिटेरियन थी। आप शादी अभी ईद पे जो करेंगे ना प्रोग्राम इंशाल्लाह, जिसमें आई इंडोर्स एरिक एडम टू, आप मेरा मैसेज एरिक एडम को दे सकते हैं। उनको हमेशा मैंने बहुत अप्रिशिएट किया है, ही इज डूइंग ग्रेट वर्क फॉर आवर कम्युनिटी। जैसे हमारी जेनिफर राजकुमार, सुन ले, ये ना हो कि फोन कट जाए, इसलिए जरा मैं सुनना चाहती हूँ। ठीक है, थैंक यू सो मच, थैंक यू हिना जी, थैंक यू सो मच फॉर आपका, थैंक यू सो मच प्रीत। अब मुझे आप इजाजत दीजिएगा, आप सबको बहुत थैंक यू कि आपने थोड़ा सा टाइम लिया और किया, और हमेशा कीप इन टच रहिए, अच्छे काम कीजिए। थैंक यू सो मच। थैंक यू सो मच, ईद मुबारक जी, ईद मुबारक, एडवांस ईद मुबारक सारे फेसबुक पे सब लोगों को, पूरी दुनिया को मेरी तरफ से ईद मुबारक, खुशी खुशी मोहब्बत बांटी है। ठीक है जी, ओके जी, अल्लाह हाफिज। हाँ जी, जैसे जी तुसी कुछ कहना चाहोगे? और श्योर जी, भजन जी फरमाइश थी। हाँ जी जरूर, पंजाबी भजन ਤੁਹਾਡੇ ਲਈ। बिल्कुल, मेरा फोन कट गया भजन दा। वो पहले ही कह रहे थे कि मेरा फोन ना कट जाए, ड्राइव करना शुरू कर दी थी ना उन्होंने। So he may listen to it later on. रिकॉर्डिंग देख लेंगे, प्रोग्राम दोबारा सुन लेंगे, रिकॉर्डिंग देख लेंगे, मैं अपने चैनल पे भी लगाऊंगा इसे। हाँ जी। सो नाइस जी। पंजाबी च है जी सारा ਲਈ। ਕਹਿਣ ਦੇ ਕੁਝ ਬਾਤਾਂ ਸੱਚੀਆਂ ਕਹਿਣ ਦੇ, ਕਹਿਣ ਦੇ ਕੁਝ ਬਾਤਾਂ ਸੱਚੀਆਂ ਕਹਿਣ ਦੇ, ਰਹਿਣ ਦੇ ਕੁਝ ਯਾਦਾਂ ਮਿੱਠੀਆਂ ਰਹਿਣ ਦੇ। बहुत अच्छा। ਕਹਿਣ ਦੇ ਕੁਝ ਬਾਤਾਂ ਸੱਚੀਆਂ ਕਹਿਣ ਦੇ, ਰਹਿਣ ਦੇ ਕੁਝ ਯਾਦਾਂ। ਭਾਈਜਾਨ ਥੈਂਕ ਯੂ ਭਾਈਜਾਨ ਫॉर जॉइनिंग अगेन। क्या बात है, क्या बात है। ਕਹਿਣ ਦੇ ਕੁਝ ਬਾਤਾਂ ਸੱਚੀਆਂ ਕਹਿਣ ਦੇ, ਰਹਿਣ ਦੇ ਕੁਝ ਯਾਦਾਂ ਮਿੱਠੀਆਂ ਰਹਿਣ ਦੇ, ਜ਼ਿੰਦਗੀ ਦੇ ਇਨ੍ਹਾਂ ਵਾਵ ਰੋਲਿਆਂ ਵਿੱਚ ਸਜਣ ਕੁਝ ਬੀਤੇ ਨਸ਼ਤਰ ਸਾਨੂੰ ਵੀ ਟੱਕ ਲੈਣ ਦੇ। वाह 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 वाह।
ਕਹਿਣ ਦੇ ਕੁਝ ਬਾਤਾਂ ਸੱਚੀਆਂ ਕਹਿਣ ਦੇ। ਕੀ ਬਾਤ ਹੈ। ਅਗਲੀ ਲੈਣਾ ਜੀ ਪ੍ਰੀਤ ਜੀ। ਤਿੜਕੇ ਰਿਸ਼ਤਿਆਂ ਦੀ ਸੱਟ ਹਲੇ ਤਾਜ਼ਾ ਹੈ। ਵਾਹ। ਤਿੜਕੇ ਰਿਸ਼ਤਿਆਂ ਦੀ ਸੱਟ ਹਲੇ ਤਾਜ਼ਾ ਹੈ, ਖਾਬਾਂ ਦਾ ਫੰਬਾ ਉਸ ਤੇ ਧਰ ਲੈਣ ਦੇ। ਤਿੜਕੇ ਰਿਸ਼ਤਿਆਂ ਦੀ ਸੱਟ ਹਜੇ ਤਾਜ਼ਾ ਹੈ, ਖਾਬਾਂ ਦਾ ਫੰਬਾ ਉਸ ਤੇ ਧਰ ਲੈਣ ਦੇ। ਜਾਂਦਾ ਮੈਂ ਤੱਕਿਆ ਔਲੀਆ ਉਸ ਦੇ ਘਰ, ਜਾਂਦਾ ਮੈਂ ਤੱਕਿਆ ਔਲੀਆ ਉਸ ਦੇ ਘਰ, ਦਿਲ ਦੀ ਪੜਾਸ ਉਸ ਨੂੰ ਵੀ ਕੱਢ ਲੈਣ ਦੇ। ਕਹਿਣ ਦੇ ਕੁਝ ਬਾਤਾਂ ਸੱਚੀਆਂ ਕਹਿਣ ਦੇ। ਕਸ਼ਮਕਸ਼ ਜ਼ਿੰਦਗੀ ਦੀ ਤਾਂ ਹਰ ਰੋਜ਼ ਹੈ, ਉਸ ਨੂੰ ਵੀ ਤਾਂ ਸ਼ਹਿਰ ਦੀ ਖਬਰ ਕੱਢ ਲੈਣ ਦੇ। ਕਸ਼ਮਕਸ਼ ਜ਼ਿੰਦਗੀ ਦੀ ਤਾਂ ਹਰ ਰੋਜ਼ ਹੈ, ਉਸ ਨੂੰ ਵੀ ਤਾਂ ਸ਼ਹਿਰ ਦੀ ਖਬਰ ਕੱਢ ਲੈਣ ਦੇ। ਮੈਂ ਤਾਂ ਸਿਮਟ ਜਾਣਾ ਹੈ ਇੱਕ ਦਿਨ ਇੰਜ ਹੀ, ਮੈਂ ਤਾਂ ਸਿਮਟ ਜਾਣਾ ਹੈ ਇੱਕ ਦਿਨ ਇੰਜ ਹੀ, ਉਸ ਨੂੰ ਵੀ ਤਾਂ ਰੋਜ਼ੀ ਦਾ ਜ਼ਰੀਆ ਕੱਢ ਲੈਣ ਦੇ। ਕੀ ਬਾਤ ਹੈ, ਬਹੁਤ ਅੱਛੇ। ਕਹਿਣ ਦੇ ਕੁਝ ਬਾਤਾਂ ਸੱਚੀਆਂ ਕਹਿਣ ਦੇ। ਅਗਲਾ ਹੈ ਜੀ, ਮਰਹਲੇ ਆਉਂਦੇ ਨੇ ਆਉਂਦੇ ਰਹਿਣਗੇ, ਇੱਕ ਦਰਿਆ ਉਸ ਨੂੰ ਵੀ ਤਰ ਲੈਣ ਦੇ। ਵਾਹ। ਮਰਹਲੇ ਆਉਂਦੇ ਨੇ ਆਉਂਦੇ ਰਹਿਣਗੇ, ਇੱਕ ਦਰਿਆ ਉਸ ਨੂੰ ਵੀ ਤਰ ਲੈਣ ਦੇ। ਮੈਨੂੰ ਜੇ ਮਯਸਰ ਨਹੀਂ ਖੁਸ਼ੀ ਦੇ ਦੋ ਪਲ, ਮੈਨੂੰ ਜੇ ਮਯਸਰ ਨਹੀਂ ਖੁਸ਼ੀ ਦੇ ਦੋ ਪਲ, ਇੱਕ ਕੋਸ਼ਿਸ਼ ਉਸ ਨੂੰ ਵੀ ਕਰ ਲੈਣ ਦੇ। ਕੀ ਬਾਤ ਹੈ, ਬਹੁਤ ਅੱਛੇ। ਕਹਿਣ ਦੇ ਕੁਝ ਬਾਤਾਂ ਸੱਚੀਆਂ ਕਹਿਣ ਦੇ। ਬਹੁਤ ਅੱਛੇ। ਆਖਰੀ ਲਫ਼ਜ਼ ਨੇ ਜੀ ਸਭ ਦੀ ਨਜ਼ਰ। ਯਾ ਰੱਬ, ਯਾ ਰੱਬ ਮੈਂ ਤਾਂ ਕੱਢ ਲਈਆਂ ਨੇ ਔਖੀਆਂ ਘੜੀਆਂ, ਬੇਵਜ਼ਾ ਦਾ ਦਰਦ ਨਾ ਉਸ ਨੂੰ ਸਹਿਣ ਦੇ। ਯਾ ਰੱਬ ਮੈਂ ਤਾਂ ਕੱਢ ਲਈਆਂ ਨੇ ਔਖੀਆਂ ਘੜੀਆਂ, ਬੇਵਜ਼ਾ ਦਾ ਦਰਦ ਉਸ ਨੂੰ ਨਾ ਸਹਿਣ ਦੇ। ਕਬੂਲ ਕਰ ਲੈ ਤੂੰ ਮੇਰੇ ਕੀਤੇ ਅਮਲਾਂ ਨੂੰ, ਕਬੂਲ ਕਰ ਲੈ ਤੂੰ ਮੇਰੇ ਕੀਤੇ ਅਮਲਾਂ ਨੂੰ, ਕਰਮ ਕਰ ਉਸ ਨੂੰ ਨਾ ਹੁਣ ਕੁਝ ਸਹਿਣ ਦੇ। ਰਹਿਣ ਕਹਿਣ ਦੇ ਕੁਝ ਬਾਤਾਂ ਸੱਚੀਆਂ ਕਹਿਣ ਦੇ। ਰਹਿਣ ਦੇ ਕੁਝ ਯਾਦਾਂ ਮਿੱਠੀਆਂ ਰਹਿਣ ਦੇ। ਜ਼ਿੰਦਗੀ ਦੇ ਇਹਨਾਂ ਵਾਵ ਰੋਲਿਆਂ ਵਿੱਚ ਸੱਜਣ, ਵਾਹ। ਕੁਝ ਬੀਤੇ ਨਸ਼ਤਰ ਉਸ ਨੂੰ ਵੀ ਢੱਕ ਲੈਣ ਦੇ, ਉਸ ਨੂੰ ਵੀ ਢੱਕ ਲੈਣ ਦੇ, ਉਸ ਨੂੰ ਵੀ ਢੱਕ ਲੈਣ ਦੇ। ਬਹੁਤ ਅੱਛੇ। ਕੀ ਬਾਤ ਹੈ ਜੀ, ਵਾਹ ਵਾਹ। ਵੈਰੀ ਨਾਈਸ ਜੱਸੀ ਜੀ ਬਹੁਤ ਅੱਛਾ, ਵੈਰੀ ਨਾਈਸ। ਥੈਂਕ ਯੂ। ਬਹੁਤ ਥੈਂਕ ਯੂ ਸੋ ਮਚ। बहुत अच्छा जस्सी जी, बहुत अच्छा। ਹਾਂਜੀ, ਸੋ ਸਾਡਾ ਟਾਈਮ ਥੋੜਾ ਹੈਗਾ ਬਿਲਕੁਲ। ਤੇ ਸਲਮਾਨ ਜੀ ਤੁਸੀਂ ਹੋਰ ਕੁਝ ਲਫ਼ਜ਼ ਦੋ ਕਹਿਣਾ ਚਾਹੋ ਤੇ ਜ਼ਰੂਰ। ਉਸ ਤੋਂ ਬਾਅਦ ਆਪਾਂ ਫਿਰ ਇੱਕ ਹੋਰ ਗੀਤ ਸੁਣਾਂਗੇ ਗੁਲਬਸ਼ਨ ਜੀ ਤੋਂ, ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮੈਂ ਥੋੜਾ ਜਿਹਾ ਬੋਲਾਂਗਾ ਪ੍ਰदेश की ईद ਦੇ ਬਾਰੇ ਚ। ਹਾਂਜੀ ਸ਼ੁਰ। प्रदेश की ईद क्या सुनाएं, किस हाल में आती है प्रदेश की ईद। निकल आते हैं आंसू जब याद आती है देश की ईद। वाह। रहे वो खुशो खुर्म घर में अपने, जिनके लिए हमको रुलाती है प्रदेश की ईद। वाह वाह वाह। आते हैं याद जब वो फूल से चेहरे, हाँ जी, है हमको कितना तरपाती है प्रदेश की ईद। किससे गले मिले किससे गले ना मिले, बस यूं ही तन्हाई में गुजर जाती है प्रदेश की ईद। कहते हैं हर बार बस प्रदेश की ये है आखिरी ईद, अगले साल फिर ईद आ जाती है। थैंक यू। अच्छी क्या बात है, खूबसूरत सही गल है जफर जी की। बहुत अच्छा सलमान जी, बहुत अच्छा। बिल्कुल आपने तो याद ही दिला ਲਗੇ ਸੀ ਕਿ ਉਹ ਪੁਰਾਣੀ ਯਾਦ ਆ ਜਾਂਦੀ ਹੈ। ਤੇ ਦਿਨ ਤਿਉਹਾਰ ਅਸੀਂ ਇੱਥੇ ਮਨਾਉਂਦੇ ਆ, ਬਿਲਕੁਲ ਮਨਾਉਂਦੇ ਆ, ਪਰ ਉਹ ਖੁਸ਼ੀਆਂ ਉਹ ਰੰਗ ਜਿਹੜੇ ਹੈਗੇ ਨਾ, ਉਹ ਚੀਜ਼ ਤਾਂ ਨਹੀਂ ਹੋ ਸਕਦੀ ਦੇ ਸਾਡੇ ਮੁਲਕ ਦੇ, ਤੇ ਉਹ ਚੀਜ਼ਾਂ ਨਹੀਂ ਮਿਲਦੀਆਂ। ਮੈਂ ਤਾਂ ਕੋਈ ਵੀ ਤਿਉਹਾਰ ਹੁੰਦਾ ਨਾ ਬੜਾ ਮਿਸ ਹੁੰਦਾ ਹੈ। ਇਸੇ ਕਰਕੇ ਮੇਰੀ ਜਿਹੜੀ ਕਿੱਥੇ ਗਈਆਂ ਰਾਤਾਂ ਉਹ ਕਿੱਥੇ ਗਈਆਂ ਬਾਤਾਂ, ਉਸ ਬੁੱਕ ਦੇ ਵਿੱਚ ਮੇਰੇ ਹਜੇ ਤੱਕ ਆਈ ਥਿੰਕ 5 ਚੈਪਟਰ ਪੂਰੇ ਹੋ ਚੁੱਕੇ ਆ, ਜੋ ਮੈਂ ਬਚਪਨ ਤੋਂ ਲੈ ਕੇ ਪਿੰਡ ਦੀ ਮਿੱਟੀ ਤੋਂ ਲੈ ਕੇ ਹੁਣ ਤੱਕ ਦੇ ਲਾਈਫ ਲਿਖ ਰਹੀ ਹਾਂ ਕਿ ਕਿੱਦਾਂ ਦਾ ਮਾਹੌਲ ਹੁੰਦਾ ਸੀਗਾ, ਤੇ ਉਹ ਕਿੰਨਾ ਭੋਲਾ ਤੇ ਸੋਹਣਾ ਟਾਈਮ ਹੁੰਦਾ ਸੀ। ਵਾਕਿਆ ਸਲਮਾਨ ਜੀ ਨੇ ਯਾਦ ਕਰਵਾਤਾ ਕਿ ਉਹ ਚੀਜ਼ਾਂ ਨਹੀਂ ਹੈ। ਦੇਸ਼ ਪ੍ਰਦੇਸ਼ਾਂ 'ਚ ਬੈਠੇ ਅਸੀਂ ਭਾਵੇਂ ਜਿੰਨੇ ਮਰਜ਼ੀ ਹਾਈਫਾਈ ਲਾਈਫ ਜਿੰਦੇ ਆ, ਪਰ ਉਹ ਛੋਟੇ ਛੋਟੇ ਮਿੱਠੀਆਂ ਗੋਲੀਆਂ ਹੀ ਜਿਹੜੀਆਂ ਸੀ ਉਹਨਾਂ ਜਿੰਨਾ ਸਵਾਦ ਨਹੀਂ ਹੈ। ਖੱਟੀਆਂ ਮਿੱਠੀਆਂ ਗੋਲੀਆਂ, ਖੱਟੀਆਂ ਮਿੱਠੀਆਂ ਗੋਲੀਆਂ ਸੰਤਰੇ ਦੀਆਂ 5 ਪੈਸੇ ਦੀਆਂ ਵੀ ਲੈ ਲੈਂਦੇ, ਜਿਹੜੀਆਂ ਉਹ ਚੀਜ਼ਾਂ ਨਹੀਂ ਹੈ ਹੁਣ। ਯਾਦ ਆ ਗਈ ਚੀਜ਼।
ਉਹ ਗੱਚਕ, ਉਹ ਕੀ ਕਹਿੰਦੇ ਸੀ, ਮਰੁੰਡੇ ਵਰਾਂਡੇ ਜੋ ਵੀ ਹੁੰਦੇ ਸੀ ਉਸ ਟਾਈਮ, ਉਹ ਅੱਜ ਕੱਲ ਦੇ ਪੀਜ਼ੇ ਦੇ ਵਿੱਚ ਵੀ ਨਹੀਂ ਹੈ ਟੇਸਟ। ਸੋ ਕੁਲਭੂਸ਼ਣ ਜੀ, ਮੈਂ ਤੁਹਾਡੇ ਨੂੰ ਫਰਮਾਇਸ਼ ਕਰਦੀ ਹਾਂ, ਪਲੀਜ਼ ਸਾਰਿਆਂ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਇੱਕ ਸਾਨੂੰ ਹੋਰ ਗੀਤ ਜ਼ਰੂਰ ਸੁਣਾਓ ਤੁਸੀਂ। ਇਹਨਾਂ ਦੀ ਆਵਾਜ਼ ਬਹੁਤ ਅੱਛੀ ਹੈ, ਜ਼ਰੂਰ ਸੁਣਾਓ। ਬਹੁਤ ਅੱਛੀ, ਮੈਂ ਕਹਿੰਦੀ ਸਟਾਰ ਨਹੀਂ ਹੈ ਤਾਂ। चलो, आपने परदेश का इतना याद दिला दिया, मैं ये गाना गाता हूँ, लेट्स सी कैसे 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 जाता है ये मेरे। चिट्ठी आई है चिट्ठी आई है, चिट्ठी आई है चिट्ठी आई है, चिट्ठी आई है वतन से चिट्ठी आई है। बड़े दिनों के बाद हम बेवतनों को याद, बड़े दिनों के बाद हम बेवतनों को याद, वतन की मेरी आई है, चिट्ठी आई है चिट्ठी आई है, चिट्ठी आई है चिट्ठी आई है। ऊपर मेरा नाम लिखा है, अंदर ये पैगाम लिखा है, ओ परदेस को जाने वाले लौट के फिर न आने वाले, सात समंदर पार गया तू, हमको जिंदा मार गया तू, खून के रिश्ते तोड़ गया तू, आँख में आंसू छोड़ गया तू। कम खाते हैं कम सोते हैं, बहुत ज्यादा हम रोते हैं। चिट्ठी आई है चिट्ठी आई है चिट्ठी आई है, चिट्ठी आई है वतन से चिट्ठी आई है। ये सलमान जी, आपने मेरे को एक गाना याद दिला दिया, बड़ा इमोशनल कर दिया आपने। इसकी क्या बात है, आंसू आ जाते हैं ये सुन के गाना। सही बात। सुनी हो गई शहर की गलियां, कांटे बन गई बाग की कलियां, कहते हैं सावन के झूले, भूल गया तू हम नहीं भूले, तेरे बिन जब आई दिवाली, दीप नहीं जले है खाली, तेरे बिन जब आई होली, पिचकारी से छूटी होली। पीपल सोना पनघट सोना, घर शमशान का बना फसल कटी आई बैसाखी, तेरा आना रह गया बाकी। चिट्ठी आई है चिट्ठी आई है चिट्ठी आई है, चिट्ठी आई है वतन से चिट्ठी आई है। बहुत इमोशनल गाना है। वेरी नाइस, ब्यूटीफुल। सब याद आ जाता है वहाँ का। बिल्कुल, आंसू आ जाते हैं। आई नो।
पहले जब तू खत लिखता था कागज में चेहरा दिखता था, बंद हुआ ये मेल भी अब तो खत्म हुआ ये खेल भी अब तो। डोली में जब बैठी बहना रास्ता देख रहे थे नैना, मैं तो बापू हूँ मेरा क्या है, तेरी माँ का हाल बुरा है, तेरी बीवी करती है सेवा सूरत से लगती है बेवा। तूने पैसा बहुत कमाया, इस पैसे में देश छुड़ाया, देश पराया छोड़ के आजा, पंछी पिंजरा तोड़ के आजा, देश पराया छोड़ के आजा, पंछी पिंजरा तोड़ के आजा, आजा उम्र बहुत है छोटी, अपने घर में भी है रोटी। चिट्ठी आई है, चिट्ठी आई है, आई है चिट्ठी आई है। बड़े दिनों के बाद हम बेवतनों को याद, वतन की मिट्टी आई है। चिट्ठी आई है चिट्ठी आई है, चिट्ठी आई है चिट्ठी आई है, चिट्ठी आई है, शॉपिंग बैग लेना। वेरी नाइस, वेरी नाइस, बहुत अच्छा जी, ब्यूटीफुल। यकीन करो इतना इमोशनल गाना है कि ऐ सुन के आंसू निकल आंदे। हाँ जी बिल्कुल, बहुत वेरी नाइस कुलभूषण, वेरी नाइस, थैंक यू जी, वेरी नाइस, थैंक यू सो मच। ब्यूटीफुल वॉइस। हालांकि मैंने पता है कि मैं एक्चुअली गाना तो मैं थोड़ा डिफरेंट लेके बैठा था, बट ये सलमान भाई ने ऐसा इमोशनल कर दिया, मैंने कहा दिस इज अ परफेक्ट सिचुएशन फॉर दिस सॉन्ग। परफेक्ट सिचुएशन, बिल्कुल ऐसे ऐसे मौके, ईद वगैरह के मौके पे याद आती है ना प्रदेश की। आई नो, बिल्कुल सही कह रहे हैं आप, देश की याद आती है। हर खुशियां ਜਿਹੜੀਆਂ ਹੁੰਦੀਆਂ ਨੇ ਉਸ ਵਕਤ ਆਪਣੇ ਮੁਲਕ ਦੀ ਸਭ ਤੋਂ ਜ਼ਿਆਦਾ ਯਾਦ ਆਉਂਦੀ ਹੈ। ਬਿਲਕੁਲ ਬਿਲकुल ਉਸ ਤਰ੍ਹਾਂ ਬੰਦਾ ਕੰਮ ਕਰਦੇ ਵਿੱਚ ਫਿਰ ਵੀ ਚਲੋ ਥੋੜਾ ਐਡਜਸਟ ਹੋ ਜਾਂਦਾ ਕਿ ਨਹੀਂ, ਲੇਕਿਨ ਇਹੋ ਜਿਹੇ ਮੌਕੇ ਦੇ ਉੱਪਰ ਆਪਣਾ ਵਤਨ ਜ਼ਰੂਰ ਯਾਦ ਆਉਂਦਾ। ਥੈਂਕ ਯੂ ਸੋ ਮਚ ਕੁਲਭੂਸ਼ਣ, ਥੈਂਕ ਯੂ एवरीवन। शाह जी बहुत बहुत शुक्रिया ਤੁਹਾਡਾ, जसी जी बहुत बहुत दिलों शुक्रिया, सलमान जी, कुलभूषण जी, हीना जी चले गए, उन्होंने भी बहुत बहुत शुक्रिया, तुसी इन्ना टाइम दिता, बहुत सोहना लग्या ते मिलके कमेटी नूं ईद मुबारक भी दिती ते अपनी प्रेयर्स भी कीती कि हे मालिक खुशियां दा वरतारा कर। बहुत ज्यादा जिहड़ा हुण एक आरोपी है इहने बहुत प्रभावित कर दिता सानू, बहुत बेशक बेशक। हाँ हुण मालिक जिहड़ा हैगा वो अपन बख्शिश करे ते फिर तो मुड तो आमीन। तो बाकी रही मुल्कां दी गल तां मैं फिर उही गल दोबारा दोहरा रही कि ना हिंदू बुरा है ना मुसलमान बुरा है, ठीक है ना। ते सर एक नज़म ओदी है कि सरहदे आमद पर नस्ले आमद बट गई, कोई हिंदू हो गया तो कोई मुसलमान हो गया, तोड़कर इन बंधनों को जो तेरे दर तक पहुंचा, ऐ खुदा वो भगवान हो गया। क्या बात है, इंसान हो गया, इंसान हो गया। बस यही बिनती है, सियासी ਦੇ ਮਸਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਪਕਾਣ ਦਿਓ, ਉਹਨਾਂ ਨੇ ਹਟਣਾ ਨਹੀਂ ਸਾਡੇ ਹਟਾਏ ਤੋਂ ਵੀ। ਸਾਡਾ ਸਾਰੇ ਮੁਲਕ ਵਾਸੀਆਂ ਦਾ, ਹਿੰਦੁਸਤਾਨ ਹੈ, ਪਾਕਿਸਤਾਨ ਹੈ, ਕੋਈ ਵੀ ਸਟੇਟ ਹੈ, ਅਸੀਂ ਰੱਬ ਦੇ ਬਣਾਏ ਹੋਏ ਖਿਡੌਣੇ, ਸਾਡੀ ਮਾਨਵਤਾ ਦਾ ਜਿਹੜਾ ਹੈ ਆਪਸ ਵਿੱਚੋਂ ਪਿਆਰ ਹੋਣਾ ਚਾਹੀਦਾ, ਦਿਲਾਂ ਦੇ ਵਿੱਚ ਸਤਿਕਾਰ ਹੋਣਾ ਚਾਹੀਦਾ। ਤੇ ਬਾਕੀ ਚੰਗੇ ਮਾੜੇ ਇਨਸਾਨ ਸਭ ਜਗ੍ਹਾ ਤੇ ਨੇ, ਉਹਨਾਂ ਨੇ ਵੀ ਆਪਣੀਆਂ ਰੋਟੀਆਂ ਪਕਾਣੀਆਂ ਨੇ, ਉਹਨਾਂ ਦੇ ਵੀ ਬਿਜ਼ਨਸ ਬਸ ਇਸੇ ਤਰ੍ਹਾਂ ਕਹਿ ਲੋ ਕਿ ਹਥਿਆਰ ਸਾਨੂੰ ਬਣਾ ਕੇ ਚੱਲਦੇ ਆ। ਮਾਲਕ ਉਹਨਾਂ ਨੂੰ ਵੀ ਬੁੱਧੀ ਬਖਸ਼ੇ, ਉਹਨਾਂ ਦੇ ਮਨ ਦੇ ਵਿੱਚ ਵੀ ਪ੍ਰੇਮ ਭਾਵਨਾ ਪਾਵੇ ਤੇ ਮਾਨਵਤਾ ਦੀ ਤੇ ਮੁਲਕਾਂ ਦੀ ਸਾਂਝ ਦੀ ਜਿਹੜੀ ਅਹਿਮੀਅਤ ਹੈ ਉਹਨਾਂ ਨੂੰ ਵੀ ਪਤਾ ਲੱਗੇ। ਤੇ
ਪਹਿਲਾਂ ਦੀ ਤਰ੍ਹਾਂ ਸਭ ਕੁਝ ਇੱਕ ਹੋ ਜਾਵੇ, ਫਿਰ ਤੋਂ ਲੱਗਣ ਈਦ ਦੀਆਂ ਰੌਣਕਾਂ ਤੇ ਦੀਵਾਲੀ ਵਾਲੇ ਮੇਲੇ ਸਾਰੇ ਫੇਰ ਤੋਂ ਇੱਕ ਹੋਵੇ। ਇਸੇ ਪ੍ਰੇਰ ਦੇ ਨਾਲ ਤੇ ਮਾਲਕ ਅੱਗੇ ਅਰਦਾਸ ਕਰਦੇ ਹੋਏ ਆਪਾਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਪੂਰੀ ਕਮਿਊਨਿਟੀ ਨੂੰ ਪ੍ਰੀਤਨਾਮਾ ਦੀ ਸਮੂਹ ਟੀਮ ਵੱਲੋਂ, ਮੇਰੇ ਵੱਲੋਂ ਤੇ ਆਏ ਹੋਏ ਸਾਡੇ ਸਾਰੇ ਮਹਿਮਾਨਾਂ ਵੱਲੋਂ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ। ਈਦ ਮਨਾਓ, ਬਹੁਤ ਖੁਸ਼ੀ ਨਾਲ ਮਨਾਓ, ਪ੍ਰੇਰ ਨਾਲ ਮਨਾਓ, ਪਰ ਸੇਫਟੀ ਰੂਲਸ ਜਿਹੜੇ ਨੇ, ਸਿਹਤ ਹੈਲਥ ਇੰਸਟਰਕਸ਼ਨ ਨੇ, ਉਹਨਾਂ ਨੂੰ ਧਿਆਨ 'ਚ ਰੱਖੋ, ਫੋਲੋ ਰੱਖੋ। ਜਿੱਦਾਂ ਸ਼ਾਹ ਜੀ ਨੇ ਵੀ ਕਿਹਾ ਕਿ ਪਰਮਾਤਮਾ ਸਾਨੂੰ ਖੁਸ਼ ਨਹੀਂ ਹੁੰਦਾ ਭੁੱਖੇ ਦੇਖ ਕੇ, ਸਾਨੂੰ ਮਤਲਬ ਕੋਈ ਸਾਡੇ ਕੋਲੋਂ ਫਾਰਮੈਲਿਟੀ ਨਹੀਂ ਮੰਗਦਾ ਹੈਗਾ। ਪਰਮਾਤਮਾ ਖੁਦਾ ਜਿਹੜਾ ਹੈਗਾ ਉਹ ਇਹ ਨਹੀਂ ਕਹਿੰਦਾ ਕਿ ਤੁਸੀਂ ਮੈਨੂੰ ਦਿਖਾਉਣ ਲਈ ਫਾਸਟ ਰੱਖੋ ਜਾਂ ਇਹ ਕਰੋ। ਜੋ ਵੀ ਤੁਸੀਂ ਕਰਨਾ ਹੈਗਾ ਦਿਲ ਨਾਲ ਕਰੋ, ਦਿਲ ਦੇ ਵਿੱਚੋਂ ਅਰਦਾਸ ਕਰੋ, ਦਿਲ ਦੇ ਵਿੱਚੋਂ ਪ੍ਰੇ ਕਰੋ ਤੇ ਸਭ ਦੀ ਮਾਨਵਤਾ ਦੀ ਸਮੂਹ ਲੋਕਾਈ ਦਾ ਭਲਾ ਮੰਗੋ। ਫੇਰ ਮਿਲਾਂਗੇ ਨੈਕਸਟ ਫਰਾਈਡੇ ਨਵੇਂ ਵਿਸ਼ੇ ਦੇ ਨਾਲ। ਕੀਪ ਇਨ ਟੱਚ ਐਂਡ ਮਸਟ ਫੋਲੋ ਪ੍ਰੀਤਨਾਮਾ TV for next upcoming shows. Thank you so much everyone. ਸਤਿ ਸ਼੍ਰੀ ਅਕਾਲ, ਈਦ ਮੁਬਾਰਕ।